ਸਤਨਾਮ ਵਾਹਿਗੁਰੂ ਸਾਹਿਬ ਜੀ। ਕੁੰਭੇ ਬੱਧਾ ਜਲ ਰਹੈ, ਜਲ ਬਿਨ ਕੁੰਭ ਨਾ ਹੋਏ। ਗਿਆਨ ਕਾ ਬੱਧਾ ਮਨ ਰਹੈ, ਗੁਰ ਬਿਨ ਗਿਆਨ ਨਾ ਹੋਏ। ਗੁਰ ਕੁੰਜੀ ਪਾਹੂ ਨਿਵਲ, ਮਨ ਕੋਠਾ ਤਨ ਛਤ। ਨਾਨਕ ਗੁਰ ਬਿਨ ਮਨ ਕਾ ਤਾਕ ਨ ਉਗੜੈ। ਅਵਰ ਨਾ ਕੁੰਜੀ ਹੱਥ, ਰੇ ਮਨ ਰਾਮ ਸਿਉ ਕਰ ਪ੍ਰੀਤ। ਸ਼ਰਵਨ ਗੋਬਿੰਦ ਗੁਣ ਸੁਨੋ, ਹਰਿ ਗਾਓ ਰਸਨਾ ਗੀਤ। ਬੇਸੁਮਾਰ ਅਥਾਹ ਅਗਨਤ ਤੋਲੇ, ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਸਤਨਾਮ ਵਾਹਿਗੁਰੂ ਸਾਹਿਬ ਜੀ। ਗੁਰ ਬਿਨ ਗਿਆਨ, ਧਰਮ ਬਿਨ ਧਿਆਨ। ਸੱਚ ਬਿਨ ਸਾਖੀ, ਮੂਲੋ ਨਾ ਬਾਕੀ। ਮਾਣੂ ਘੱਲੇ ਉੱਠੀ ਚੱਲੇ, ਸਾਧ ਨਾਹੀ ਅਵੇਹੀ ਗੱਲੇ। ਸਾਧ ਨਾਹੀ ਇਵੇਹੀ ਗੱਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗਰੀਬ ਨਿਵਾਜ, ਦੀਨਾਨਾਥ, ਦੀਨ ਪ੍ਰਤਪਾਲਕ, ਦੀਨ ਦਰਦ ਨਿਵਾਰਕ, ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਨ ਦਇਆਲ ਪਾਤਸ਼ਾਹ, ਤਿਨਾਂ ਦੀ ਅਪਾਰ ਮਿਹਰਾਮਤ ਹੈ, ਅਥਾਹ ਬਖਸ਼ਿਸ਼ ਹੈ, ਜੋ ਸਤਿਗੁਰੂ ਸਾਹਿਬ ਜੀ ਨੇ ਆਪਣੀ ਬਖਸ਼ਿਸ਼ ਭਰੀ ਮਿਹਰਾਮਤ ਭਰੀ ਨਜ਼ਰ ਕਰਕੇ ਸਾਨੂੰ ਸਭ ਜੀਵਾਂ ਨੂੰ ਆਪਣੀ ਪਾਵਨ ਪਵਿੱਤਰ ਚਰਨ ਸ਼ਰਨ ਹਜ਼ੂਰੀ ਦੇ ਅੰਤਰਗਤ ਸਤ ਸੰਗਤ ਰੂਪ ਵਿੱਚ ਜੁੜਨ ਦਾ ਅਮੋਲਕ ਅਵਸਰ ਬਖਸ਼ਿਸ਼ ਕੀਤਾ ਹੈ ਜੀ। ਆਪ ਜੀ ਬੜੇ ਸੁਭਾਗਸ਼ਾਲੀ ਹੋ, ਜੋ ਸਤਿਗੁਰੂ ਕੀ ਰਹਿਮਤ ਨੂੰ ਮਾਣਦਿਆਂ ਹੋਇਆਂ, ਸਤ ਸੰਗਤ ਰੂਪ ਦੁਆਰਾ ਸਾਧਨਾ ਕਰਦਿਆਂ ਹੋਇਆਂ, ਗੁਰ ਸ਼ਬਦ ਦੇ ਅਭਿਆਸ ਨਾਲ ਆਪਣੇ ਮਨੁੱਖਾ ਜੀਵਨ ਨੂੰ ਸਫਲ ਕਰਨ ਦਾ, ਸਕਾਰਥ ਕਰਨ ਦਾ ਨਿਰਮਲ ਯਤਨ ਕਰ ਰਹੇ ਹੋ ਜੀ। ਬੜੇ ਸੁਭਾਗਸ਼ਾਲੀ ਹੋ,
ਸਤਿਗੁਰੂ ਕੀ ਅਪਾਰ ਕਿਰਪਾ ਬਖਸ਼ਿਸ਼ ਹੈ। ਜੋ ਸਤਿਗੁਰੂ ਸਾਹਿਬ ਜੀ ਰੋਜ਼ਾਨਾ ਪਾਵਨ ਪਵਿੱਤਰ ਬਾਣੀ ਦੀ ਲੜੀਵਾਰ ਕਥਾ ਪ੍ਰਵਾਹ ਸਾਨੂੰ ਬਖਸ਼ਿਸ਼ ਕਰਕੇ ਨਿਵਾਜਦੇ ਹਨ ਜੀ। ਪਾਵਨ ਬਾਣੀ ਦੀ ਲੜੀਵਾਰ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ ਜੀ। ਵਿਚਾਰ ਆਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰ ਬਿਨ ਗਿਆਨ, ਧਰਮ ਬਿਨ ਧਿਆਨ। ਸ਼ਲੋਕ 12 ਤੇ ਵਧੀਕ ਮਹੱਲਾ ਪਹਿਲਾ ਦੀ ਪਾਵਨ ਬਾਣੀ ਦੇ ਅੰਤਰਗਤ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਅੱਜ ਦੇ ਇਸ ਪਾਵਨ ਸ਼ਲੋਕ ਦੁਆਰਾ ਬਖਸ਼ਿਸ਼ ਕਰਦੇ ਹਨ। ਇਸ ਤੋਂ ਪਹਿਲਾਂ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕਰਕੇ ਨਿਵਾਜਿਆ ਸੀ ਕਿ ਜਦੋਂ ਮਨੁੱਖ ਦੇ ਕੋਲ ਗਿਆਨ ਦੀ ਵਿਚਾਰ ਨਹੀਂ ਹੁੰਦੀ, ਉਹ ਸਿਰਜਣਹਾਰ ਪ੍ਰਭੂ ਦੇ ਸਰਵ ਵਿਆਪਕ ਸਰੂਪ ਨੂੰ ਨਹੀਂ ਪਛਾਣ ਸਕਦਾ, ਜਾਂ ਜਦੋਂ ਮਨੁੱਖ ਨੂੰ ਆਪਣੇ ਜੀਵਨ ਮਨੋਰਥ ਦੀ ਸੋਝੀ ਨਹੀਂ ਹੁੰਦੀ, ਉਦੋਂ ਮਨੁੱਖ ਅਗਿਆਨੀ ਹੋ ਕੇ ਬੇਅਰਥ ਕਿਸਮ ਦੀ ਪੂਜਾ ਦੇ ਵਿੱਚ ਪੈ ਜਾਂਦਾ ਅਤੇ ਉਹਦਾ ਮਨ ਹਨੇਰੇ ਵਿੱਚ ਹੋਣ ਕਰਕੇ ਸਾਰੀ ਜ਼ਿੰਦਗੀ ਐਸੇ ਕਰਮ ਕਰਦਾ ਕਿ ਅਕਾਲ ਪੁਰਖ ਪ੍ਰਭੂ ਤੋਂ ਦੂਰੀ ਬਣੀ ਰਹਿੰਦੀ ਹੈ। ਤਾਂ ਇਸੇ ਤਰ੍ਹਾਂ ਗੁਰੂ ਸਾਹਿਬ ਜੀ ਅੱਜ ਦੇ ਸ਼ਲੋਕ ਦੁਆਰਾ ਬਖਸ਼ਿਸ਼ ਕਰਦੇ ਹਨ ਕਿ ਕਲਯੁਗ ਦੇ ਵਿੱਚ ਮਨੁੱਖਾਂ ਦੇ ਅੰਦਰ ਉਹ ਦੂਜਾ ਭਾਵ ਕਿਵੇਂ ਚੱਲਦਾ ਹੈ। ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਗੁਰ ਬਿਨ ਗਿਆਨ, ਭਾਵ ਕਿ ਗੁਰੂ ਤੋਂ ਬਿਨਾਂ ਗਿਆਨ ਦੀ ਉਤਪੱਤੀ ਪ੍ਰਾਪਤੀ ਨਹੀਂ ਹੁੰਦੀ, ਅਤੇ ਧਰਮ ਨੂੰ ਧਾਰਨ ਕੀਤੇ ਬਿਨਾਂ ਧਿਆਨ ਦੇ ਮਾਰਗ 'ਤੇ ਮਨੁੱਖ ਨਹੀਂ ਚੱਲ ਸਕਦਾ। ਅੱਜ ਸਮਾਜ ਦੇ ਵਿੱਚ ਇੱਕ ਐਸਾ ਵਰਗ ਵੀ ਮਿਲ ਜਾਂਦਾ ਹੈ ਜਿਹੜਾ ਥੋੜ੍ਹਾ ਕਹਿ ਲਓ ਕਿ ਆਮ ਨਾਲੋਂ ਵੱਧ ਪੜ੍ਹਿਆ ਹੁੰਦਾ ਕਈ ਵਾਰੀ ਦੁਨਿਆਵੀ ਤਲ 'ਤੇ, ਅਤੇ ਉਹ ਸਮਝਦਾ ਕਿ ਧਰਮ ਦੀਆਂ ਜਿਹੜੀਆਂ ਸਿੱਖਿਆਵਾਂ ਦੀ ਚਰਚਾ ਕਥਾ ਦੇ ਵਿੱਚ ਜਾਂ ਧਰਮ ਗ੍ਰੰਥਾਂ ਦੇ ਵਿੱਚ ਕੀਤੀ ਜਾਂਦੀ ਹੈ, ਉਹ ਤਾਂ ਸਾਨੂੰ ਸੁੱਤੇ ਸਿੱਧ ਪਤਾ ਨਹੀਂ, ਅਤੇ ਉਹਨਾਂ ਨੇ ਇੱਕ ਮੋਟਾ ਜਿਹਾ ਟੋਟਕਾ ਬਣਾਇਆ ਹੁੰਦਾ ਜ਼ਿੰਦਗੀ ਭਰ ਦਾ ਕਿ ਅਸੀਂ ਤਾਂ ਇਨਸਾਨੀਅਤ ਨੂੰ ਪ੍ਰਮੁੱਖ ਰੱਖਿਆ ਹੈ, ਸਾਨੂੰ ਧਰਮ ਦੀ ਪ੍ਰਵਾਹ ਵਿਚਾਰਧਾਰਾ, ਧਰਮ ਦੇ ਅਨੁਭਵ ਦੇ ਨਾਲ, ਧਰਮ ਦੇ ਅਭਿਆਸ ਨਾਲ ਕੋਈ ਮਤਲਬ ਨਹੀਂ ਹੈ। ਐਸਾ ਇੱਕ ਵਰਗ ਸਮਾਜ ਦੇ ਵਿੱਚ ਇਹ ਹੌਲੀ ਹੌਲੀ ਬਹੁਤ ਜ਼ਿਆਦਾ ਵੱਧ ਰਿਹਾ ਹੈ। ਤਾਂ ਗੁਰੂ ਸਾਹਿਬ ਦੀ ਐਸੇ ਮਨੁੱਖਾਂ ਦੀ ਪ੍ਰਥਾ ਏ ਕਿ ਜਿਹੜੇ ਗੁਰੂ ਧਾਰਨ ਕਰਨ ਦੀ ਮਹੱਤਤਾ ਵੀ ਨਹੀਂ ਸਮਝਦੇ, ਪਰ ਆਪਣੇ ਆਪ ਨੂੰ ਪਰਮ ਗਿਆਨੀ ਵੀ ਆਖਦੇ ਹਨ, ਧਰਮ ਦੇ ਸਮੁੱਚੇ ਸਰੂਪ ਨੂੰ ਵੀ ਨਹੀਂ ਜਾਣਿਆ ਬੁੱਝਿਆ, ਅਤੇ ਆਖਦੇ ਹਨ ਕਿ ਅਸੀਂ ਧਿਆਨੀ ਹਾਂ, ਭਾਵ ਕਿ ਬੜੀ ਸਾਧਨਾ ਕਰਨ ਵਾਲੇ ਹਾਂ। ਜਿਵੇਂ ਵਰਤਮਾਨ ਸਮੇਂ ਦੇ ਵਿੱਚ ਇੱਕ ਮੈਡੀਟੇਸ਼ਨ ਨਾਮ ਦਾ ਹੈ ਤਾਂ ਬੜੀ ਉੱਤਮ ਕਿਰਿਆ, ਪਰ ਉਹਨੂੰ ਇੱਕ ਅਕਹਿਰਾ ਜਿਹਾ ਬਣਾਇਆ ਜਾ ਰਿਹਾ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਗੁਰ ਬਿਨ ਗਿਆਨ, ਜਿੰਨਾ ਚਿਰ ਗੁਰੂ ਸਰੂਪ ਨਾਲ ਜੁੜ ਕੇ ਉਹਦੇ ਤੋਂ ਗਿਆਨ ਦਾ ਭਾਵ ਨਹੀਂ ਬੁੱਝਿਆ ਜਾਂਦਾ, ਉਹਦੇ ਬਚਨ ਸਾਰ ਨੂੰ ਨਹੀਂ ਜਾਣਿਆ ਜਾਂਦਾ, ਗੁਰੂ ਸਾਹਿਬ ਜੀ ਕਹਿੰਦੇ ਉਹਨਾਂ ਚਿਰ ਗਿਆਨ ਦੀ ਉਤਪੱਤੀ ਨਹੀਂ ਹੋ ਸਕਦੀ। ਹੁਣ ਇਸ ਗੱਲ ਦੀ ਵਿਚਾਰ ਆਪਦੇ ਸਨਮੁਖ ਰੱਖਦਿਆਂ ਕਿ ਗਿਆਨ ਦੀ ਪ੍ਰਾਪਤੀ ਦੇ ਲਈ ਸਤਿਗੁਰੂ ਦਾ ਮਿਲਣਾ ਜ਼ਰੂਰੀ ਹੈ ਜਾਂ ਨਹੀਂ। ਇੱਕ ਦਫਾ ਇਸ ਕਰਕੇ ਗੁਰੂ ਸਾਹਿਬ ਜੀ ਇਹ ਸਭ ਤੋਂ ਪਹਿਲਾ ਪ੍ਰਸ਼ਨ ਇਹ ਬਣਦਾ ਹੈ ਕਿ ਜੇ ਜੀਵ ਨੇ ਗਿਆਨ ਦੀ ਪ੍ਰਾਪਤੀ ਕਰਨੀ ਹੈ ਕਿ ਗੁਰੂ ਦਾ ਮਿਲਾਪ, ਗੁਰੂ ਦੇ ਨਾਲ ਜੁੜਨਾ, ਗੁਰੂ ਕੇ ਚਰਨ ਪਰਸਣਾ, ਗੁਰੂ ਦਾ ਸ਼ਿਸ਼ ਹੋਣਾ ਜ਼ਰੂਰੀ ਹੈ ਜਾਂ ਨਹੀਂ, ਇਹ ਇੱਕ ਪ੍ਰਸ਼ਨ ਬਣਦਾ ਹੈ। ਤਾਂ ਇਸ ਪ੍ਰਸ਼ਨ ਤੋਂ ਪਹਿਲਾਂ ਇੱਕ ਹੋਰ ਪ੍ਰਸ਼ਨ ਬਣਦਾ ਕਿ ਗਿਆਨ ਅਸਲ ਦੇ ਵਿੱਚ ਹੈ ਕੀ। ਹੁਣ ਆਮ ਤੌਰ 'ਤੇ ਅਸੀਂ ਜਿਵੇਂ ਕਹਿ ਲਓ ਕਿ ਪੂਰਾ ਸਿੱਖ ਇਤਿਹਾਸ ਹੈ ਜਾਂ ਪਾਵਨ ਗੁਰਬਾਣੀ ਦੇ ਬਾਰੇ ਚੰਗੀ ਤਰ੍ਹਾਂ ਪੜ੍ਹ ਲਿਆ, ਅਰਥ ਵੀ ਪੜ੍ਹ ਲਏ, ਪੂਰਾ ਸਿੱਖ ਇਤਿਹਾਸ ਵੀ ਜ਼ੁਬਾਨੀ ਯਾਦ ਕਰ ਲਿਆ, ਅਤੇ ਕੋਈ ਮਨੁੱਖ ਇਸ ਸਾਰੀ ਸਾਧਨਾ ਨੂੰ ਕਵੇ ਕਿ ਇਹ ਬੰਦਾ ਬੜਾ ਗਿਆਨੀ, ਇਹਨੂੰ ਸਾਰਾ ਸਿੱਖ ਇਤਿਹਾਸ ਜ਼ੁਬਾਨੀ ਯਾਦ ਹੈ, ਬੜੀ ਗੁਰਬਾਣੀ ਉਹਦੇ ਅਰਥ ਜ਼ੁਬਾਨੀ ਯਾਦ ਨੇ, ਇਹ ਉਹਦੀ ਸਿਮਰਤੀ ਦੀ ਇੱਕ ਵਿਸ਼ੇਸ਼ਤਾ ਹੋ ਸਕਦੀ ਹੈ ਕਿ ਇਹਨੂੰ ਬਹੁਤ ਸਾਰਾ ਉਸ ਚੀਜ਼ ਬਾਰੇ ਗਿਆਤ ਹੈ, ਪਤਾ ਹੈ ਕਿ ਉਹ ਚੀਜ਼ ਹੈ ਕੀ, ਪਰ ਉਹਦੇ ਅੰਤਰੀਵ ਦੇ ਵਿੱਚ ਕੀ ਪਿਆ ਹੈ ਇਸ ਬਾਰੇ ਨਹੀਂ ਕਿਹਾ ਜਾ ਸਕਦਾ। ਜਿਵੇਂ ਸਰਲ ਕਹਿ ਲਓ ਗਿਆਨ, ਸਾਨੂੰ ਤਾਂ ਇੰਨਾ ਪਤਾ ਹੈ ਨਾ ਸਾਡਾ ਸਰੀਰ ਹੈ,
ਸਰੀਰ ਦੇ ਕਿਸੇ ਹਿੱਸੇ ਵਿੱਚ ਰੋਗ ਪੈਦਾ ਹੋ ਗਿਆ ਤੇ ਉਹ ਰੋਗ ਕਿਹੜੇ ਬਰੀਕ ਹਿੱਸੇ 'ਚੋਂ ਪੈਦਾ ਹੋ ਰਿਹਾ ਹੈ, ਇਸ ਗੱਲ ਦਾ ਨਿਰਣਾ ਵੈਦ ਕਰਦਾ ਹੈ ਜਿਨਨੇ ਨਾੜੀ ਵਿਗਿਆਨ ਪੜ੍ਹਿਆ ਹੁੰਦਾ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਗੁਰ ਬਿਨ ਗਿਆਨ ਦਾ ਭਾਵ ਇਹ ਹੈ ਕਿ ਸਾਨੂੰ ਮੋਟਾ ਤਾਂ ਪਤਾ ਲੱਗ ਸਕਦਾ ਕਿ ਮਨੁੱਖਾ ਜੀਵਨ ਦਾ ਮਨੋਰਥ ਕੀ ਹੈ ਜਾਂ ਇਹਦੀ ਪ੍ਰਾਪਤੀ ਲਈ ਕਿਹੜੇ ਕਰਮ ਕਰਨੇ ਹਨ, ਪਰ ਇਹ ਕਰਮ ਕਰਨ ਤੋਂ ਬਾਅਦ ਵੀ ਮਨੁੱਖ ਦੇ ਜੀਵਨ 'ਚ ਪੂਰੀ ਸੰਪੂਰਨਤਾ ਨਹੀਂ ਪੈਦਾ ਹੁੰਦੀ, ਤਾਂ ਫਿਰ ਸਤਿਗੁਰੂ ਦਾ ਮਿਲਾਪ ਜ਼ਰੂਰੀ ਹੈ। ਕਿਉਂਕਿ ਸਤਿਗੁਰੂ ਗਿਆਨ ਕੇਵਲ ਜਾਣਕਾਰੀ ਵਾਲਾ ਨਹੀਂ ਦਿੰਦੇ, ਗਿਆਨ ਦਾ ਭਾਵ ਉਹ ਪ੍ਰਕਾਸ਼ ਕਰ ਦਿੰਦੇ ਨੇ ਮਨੁੱਖ ਦੇ ਹਿਰਦੇ ਵਿੱਚ, ਜਿਹਦੇ ਵਿੱਚ ਉਹਨੂੰ ਆਪਣੇ ਅਸਲ ਸਰੂਪ ਦੀ ਸੋਝੀ ਆ ਜਾਂਦੀ ਹੈ। ਉਹਨੂੰ ਪਤਾ ਲੱਗ ਜਾਂਦਾ ਹੈ ਕਿ ਮੈਂ ਮਰਨ ਵਾਲਾ ਜੀਵ, ਮਰਨ ਵਾਲੀ ਵਸਤੂ ਨਹੀਂ ਹਾਂ, ਨਾ ਮੈਂ ਜਲਾਉਣ ਵਾਲੀ ਵਸਤੂ ਹਾਂ ਅਤੇ ਨਾ ਹੀ ਮਾਇਆ ਦੇ ਪ੍ਰਭਾਵ ਅਧੀਨ ਰਹਿਣ ਵਾਲੀ ਵਸਤੂ ਹਾਂ। ਇਸ ਨੂੰ ਸਿਲਸਿਲੇਵਾਰ ਸਮਝਣਾ ਹੋਵੇ। ਭਾਈ ਲਹਿਣਾ ਜੀ, ਗੁਰੂ ਨਾਨਕ ਦੇਵ ਸਾਹਿਬ ਜੀ ਜਦ ਮਨ ਦੇ ਅੰਦਰ ਭਾਵਨਾ ਜਾਗੀ, ਭਾਈ ਜੋਧਾ ਜੀ ਕੋਲੋਂ ਬਾਣੀ ਸੁਣ ਕੇ ਵੈਸ਼ਨੋ ਦੇਵੀ ਜਾਣਾ ਸੀ, ਰਸਤੇ ਦੇ ਵਿੱਚ ਕਰਤਾਰਪੁਰ ਨੂੰ ਆਪਣੇ ਕਦਮ ਮੋੜ ਲਏ। ਹੁਣ ਉਦਾਹਰਨ ਦੇ ਤੌਰ 'ਤੇ ਮਨ ਦੇ ਅੰਦਰ ਭਾਵਨਾ ਉਹਨਾਂ ਨੇ ਇਹ ਧਾਰਨ ਕਰ ਲਈ ਕਿ ਜੇ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਸਮਰੱਥ ਨੇ ਤਾਂ ਉਹ ਮੈਨੂੰ ਜ਼ਰੂਰ ਅੱਗਿਓਂ ਆ ਕੇ ਮਿਲਣਗੇ। ਇਸ ਤਰ੍ਹਾਂ ਦਾ ਉਹਨਾਂ ਨੇ ਖਿਆਲ ਧਾਰਨ ਕਰ ਲਿਆ। ਯਕੀਨਨ ਗੁਰੂ ਨਾਨਕ ਦੇਵ ਸਾਹਿਬ ਜੀ ਅੱਗੇ ਮਿਲੇ, ਉਹਨਾਂ ਦੀ ਵਾਗ ਪਕੜ ਕੇ ਲੈ ਗਏ, ਖੁਦ ਰਾਹ ਦੱਸਿਆ ਅਤੇ ਖੁਦ ਹੀ ਜਿਸ ਮੰਜ਼ਿਲ 'ਤੇ ਪਹੁੰਚਣਾ ਸੀ ਉਹੀ ਮੰਜ਼ਿਲ ਬਣ ਕੇ ਗੁਰੂ ਨਾਨਕ ਦੇਵ ਸਾਹਿਬ ਜਦ ਭਾਈ ਲਹਿਣਾ ਜੀ ਦੇ ਅੱਗੇ ਪ੍ਰਗਟ ਹੋਏ ਤਾਂ ਭਾਈ ਲਹਿਣਾ ਜੀ ਦੀ ਇਸ ਗੱਲ ਦਾ ਗਿਆਨ ਕੀ ਹੈ, ਇਹ ਤਾਂ ਸਭ ਨੂੰ ਪਤਾ ਕਿ ਭਾਈ ਲਹਿਣਾ ਜੀ ਮਿਲੇ, ਗੁਰੂ ਸਾਹਿਬ ਜੀ ਫੜ ਕੇ ਲੈ ਗਏ, ਅੱਗੇ ਗੁਰੂ ਸਾਹਿਬ ਜੀ ਫਿਰ ਉਹਨਾਂ ਨੂੰ ਦਰਸ਼ਨ ਦੇ ਕੇ ਮਿਲ ਪਏ, ਇਹ ਤਾਂ ਸਭ ਨੂੰ ਪਤਾ ਹੈ। ਪਰ ਇਹਦੇ ਅੰਦਰਲਾ ਗਿਆਨ ਕੀ ਹੈ, ਇਹਦੇ ਅੰਦਰਲੀ ਰਮਜ ਕੀ ਹੈ? ਇਹਦੀ ਅੰਦਰਲੀ ਰਮਜ ਹੈ ਕਿ ਜਦੋਂ ਕੋਈ ਪੂਰਨ ਵਿਸ਼ਵਾਸ ਦੇ ਵਿੱਚ, ਪੂਰਨ ਭਰੋਸੇ ਦੇ ਵਿੱਚ ਢਲ ਕੇ ਜਿਸ ਜਗ੍ਹਾ ਵੀ ਆਰਾਧਨਾ ਕਰਦਾ ਹੈ ਮਾਲਕ ਦੀ, ਅਸੀਂ ਗੁਰੂ ਦੇ 3 ਸਰੂਪ ਆਖਦੇ ਹਾਂ। ਸਤਿਗੁਰੂ ਜਦੋਂ ਆਖਦੇ ਹਾਂ, ਸਤਿਗੁਰੂ ਦਾ ਭਾਵ ਕਿ ਜਿੰਨੀ ਕਾਇਨਾਤ ਹੈ, ਚਾਹੇ ਪਤਾਲ ਹੈ, ਆਕਾਸ਼ ਹੈ, ਪ੍ਰਿਥਵੀ ਹੈ, ਤਿੰਨਾਂ ਲੋਕਾਂ ਦੇ ਵਿੱਚ ਇੱਕ ਕਿਣਕੇ ਦੀ ਵਿਥਿਆ ਸਤਿਗੁਰੂ ਜਾਣਦੇ ਹਨ। ਅਤੇ ਜਦੋਂ ਅਸੀਂ ਕੋਈ ਆਰਾਧਨਾ ਕਰਦੇ ਹਾਂ, ਉਹ ਆਰਾਧਨਾ ਉਸ ਪਰਿਪੂਰਨ ਮਾਲਕ ਤੱਕ ਜਿਹੜੇ ਗੁਰ ਸਰੂਪ ਵਿੱਚ ਵਿਚਰ ਰਹੇ ਹੁੰਦੇ ਹਨ ਉਹਨਾਂ ਤੱਕ ਪਹੁੰਚ ਜਾਂਦੀ ਹੈ। ਫਿਰ ਉਹ ਜੀਵ ਦਾ ਭਾਵ ਨੂੰ ਸੰਪੂਰਨ ਕਰਨ ਦੇ ਲਈ, ਉਹਦੇ ਭਰੋਸੇ ਨੂੰ ਸਾਧਨਾ ਦੇ ਉੱਪਰ ਪਾਉਣ ਦੇ ਲਈ, ਸਫਲ ਕਰਨ ਦੇ ਲਈ ਫਿਰ ਉਵੇਂ ਹੀ ਉਹਦੀ ਅਰਦਾਸ ਪੂਰਨ ਕਰਦੇ ਹਨ। ਇਹ ਉਹਦਾ ਅੰਦਰਲਾ ਗਿਆਨ ਹੈ। ਇਸ ਕਰਕੇ ਗੁਰੂ ਸਾਹਿਬ ਜੀ ਆਖਦੇ ਨੇ ਗੁਰ ਬਿਨ ਗਿਆਨ। ਹੁਣ ਭਾਈ ਲਹਿਣਾ ਦੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਚਰਨ ਸ਼ਰਨ ਚਲੇ ਗਏ। ਹੁਣ ਜੇ ਉਹਨਾਂ ਦੇ ਜੀਵਨ ਦੀ ਉਹਨਾਂ ਨੂੰ ਵਾਚੀਏ ਭਾਈ ਲਹਿਣਾ ਜੀ ਦੇ ਜੀਵਨ ਨੂੰ, ਉਹ ਤਾਂ ਪਹਿਲਾਂ ਹੀ ਧਾਰਮਿਕ ਬਿਰਤੀਆਂ ਵਾਲੇ ਨੇ, ਸ਼ਰਧਾ ਉਹਨਾਂ ਦੇ ਹਿਰਦੇ ਵਿੱਚ ਪਹਿਲਾਂ ਹੀ ਭਰਪੂਰ ਹੈ। ਕਿਸੇ ਬੰਦੇ ਦਾ ਦਿਲ ਨਾ ਦਿਖਾਉਣਾ, ਗਰੀਬ ਗੁਰਬੇ ਦੀ ਮਦਦ ਕਰਨੀ, ਸਦਾ ਸੰਜਮ ਦੇ ਵਿੱਚ ਰਹਿਣਾ, ਆਪਣੀ ਕਿਰਤ ਨੂੰ ਪ੍ਰਮੁੱਖਤਾ ਦੇਣੀ, ਇਹ ਸਾਰੀਆਂ ਗੱਲਾਂ ਤਾਂ ਉਹਨਾਂ ਨੂੰ ਪਹਿਲਾਂ ਹੀ ਪਤਾ ਨੇ। ਫਿਰ ਗੁਰੂ ਨਾਨਕ ਦੇਵ ਸਾਹਿਬ ਜੀ ਕੋਲ ਜਾ ਕੇ ਉਹਨਾਂ ਦਾ ਜੀਵਨ ਕੀ ਪਰਿਵਰਤਿਤ ਹੁੰਦਾ ਹੈ। ਜਦੋਂ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਉਹਨਾਂ ਨੂੰ ਜਦੋਂ ਆਖਦੇ ਹਨ ਕਿ ਚਿੱਕੜ ਦੇ ਵਿੱਚੋਂ ਕਟੋਰਾ ਕੱਢ ਕੇ ਲਿਆਓ, ਅਤੇ ਕਟੋਰਾ ਕੱਢਣ ਦਾ ਭਾਵ ਹੈ, ਇਹ ਸਾਨੂੰ ਤਾਂ ਇੰਨਾ ਕੀ ਭਾਵ ਪਤਾ ਹੈ ਕਿ ਚਿੱਕੜ ਦੇ ਵਿੱਚੋਂ ਕਟੋਰਾ ਲਿਆਂਦਾ ਅਤੇ ਭਾਈ ਲਹਿਣਾ ਜੀ ਦੇ ਬਸਤਰ ਬਿਲਕੁਲ ਚਿੱਕੜ ਦੇ ਨਾਲ ਜਿਹੜੇ ਮੈਲੇ ਹੋ ਗਏ। ਪਰ ਇਹਦਾ ਭਾਵ ਹੈ ਕਿ ਗੁਰੂ ਜਦੋਂ ਗਿਆਨ ਆਪਣਾ ਦ੍ਰਿੜ ਕਰਾਉਂਦਾ ਹੈ ਅਤੇ ਉਹ ਜੀਵ ਕਰਾਇਆ ਭਾਵੇਂ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਭਾਈ ਲਹਿਣਾ ਕੋਲੋਂ ਇਹ ਕਰਮ ਹੀ ਹੈ, ਪਰ ਇਸ ਕਰਮ ਦੇ ਨਾਲ ਉਹਦਾ ਅੰਤਰੀਵੀ ਗਿਆਨ ਬਖਸ਼ਿਸ਼ ਕਰ ਦਿੱਤਾ ਹੈ ਕਿ ਜਦੋਂ ਸੰਸਾਰ ਦੇ ਵਿੱਚ ਵਿਚਰਨਾ ਅਤੇ ਇਸ ਸੰਸਾਰ ਦਾ ਅਸਲ ਰੂਪ ਚਿੱਕੜ ਵਰਗਾ ਹੈ। ਇਹਨਾਂ ਨਾਲ ਗੱਲਬਾਤ ਕਰੋਗੇ, ਨਿੰਦਿਆ ਮਿਲੇਗੀ, ਇਹਨਾਂ ਦੀ ਤਰਫ ਜ਼ਿਆਦਾ ਗੰਭੀਰਤਾ ਨਾਲ ਦੇਖੋਗੇ, ਵਾਸਨਾ ਮਿਲੇਗੀ, ਸੰਸਾਰ ਦੇ ਨੇੜੇ ਬਹੁਤਾ ਬੈਠੋਗੇ, ਮਨਮੁਖਤਾ ਜੀਵਨ ਦੇ ਵਿੱਚ ਵਧੇਗੀ, ਪਰ ਇਸੇ ਸੰਸਾਰ ਦੇ ਵਿੱਚ ਰਹਿ ਕੇ ਹੀ ਮਾਲਕ ਨੂੰ ਪਾਉਣਾ ਹੈ। ਹੁਣ ਕਟੋਰਾ ਵੀ ਬੜਾ ਜ਼ਰੂਰੀ ਸੀ, ਪਰ ਇਹ ਵੀ ਸੀ ਕਿ ਚਿੱਕੜ ਵਿੱਚ ਪਿਆ ਹੋਇਆ। ਸੋ ਇਹ ਕਰਮ ਕਰਾ ਕੇ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਭਾਈ ਲਹਿਣਾ ਜੀ ਦੇ ਅੰਦਰ ਇਹ ਸੋਝੀ ਸਫੁਰ ਕੀਤੀ ਕਿ ਇਹ ਜਗਤ ਵਾਸਨਾ, ਵਿਕਾਰਾਂ, ਮਾਇਆ ਦੇ ਪ੍ਰਭਾਵ, ਅਵਗੁਣਾ, ਪਾਪ ਨਾਲ ਭਰਿਆ ਪਿਆ ਹੈ।
ਪਰ ਇਸੇ ਜਗਤ ਵਿੱਚ ਹੀ ਮਾਲਕ ਦੀ ਪ੍ਰਾਪਤੀ ਕਰਨੀ। ਇਹ ਨਹੀਂ ਕਿ ਚਿੱਕੜ ਨੂੰ ਛੱਡ ਭਰਮ ਜਾਣਾ ਅਤੇ ਆਪਣੇ ਜੀਵਨ ਨੂੰ ਭੁੱਲ ਜਾਣਾ, ਭਾਵ ਕਿ ਕਟੋਰੇ ਨੂੰ। ਕਿ ਜੀਵਨ ਦੇ ਵਿੱਚ ਹੁਣ ਅੱਜ ਦੇਖੀਏ, ਜਦੋਂ ਭਗਤੀ ਮਾਰਗ 'ਤੇ ਚੱਲਣ ਲੱਗੀਏ ਕੋਈ ਸਾਥੀ ਨਹੀਂ ਮਿਲਦਾ। ਜਦੋਂ ਭਗਤੀ ਮਾਰਗ 'ਤੇ ਧਰਮ ਦੇ ਮੂਲ ਸਰੂਪ ਨੂੰ ਸਮਝਣ ਦੇ ਲਈ ਵਿਚਾਰ ਕਰਨੀ ਚਾਹੀਏ, ਕੋਈ ਸਿਆਣੇ ਪੁਰਖ ਨਹੀਂ ਮਿਲਦੇ। ਕੋਈ ਧਰਮ ਦੇ ਐਸੀ ਰੰਗੀਆਂ ਰੂਹਾਂ ਜਿਨ੍ਹਾਂ ਨੂੰ ਦੇਖ ਕੇ ਹੀ ਬੰਦੇ ਦੇ ਅੰਦਰ ਚਾਅ ਚੜ੍ਹ ਜਾਵੇ ਧਰਮ ਦੀ ਸਾਧਨਾ ਦਾ, ਉਹ ਵੀ ਨਹੀਂ ਮਿਲਦੇ। ਤਾਂ ਇਸ ਕਰਕੇ ਫਿਰ ਗੁਰੂ ਸਾਹਿਬ ਜੀ ਕਹਿੰਦੇ, ਗੁਰ ਬਿਨ ਗਿਆਨ। ਜਿੰਨਾ ਚਿਰ ਸਤਿਗੁਰੂ ਦੀ ਸ਼ਰਨ ਨਾਲ ਨਾ ਜੁੜਿਆ ਜਾਵੇ, ਜੀਵਨ ਦੇ ਵਿੱਚ ਪ੍ਰਕਾਸ਼ ਭਾਵ ਪੂਰੀ ਤਰ੍ਹਾਂ ਚਾਨਣ ਨਹੀਂ ਹੁੰਦਾ। ਅਤੇ ਜਦੋਂ ਚਾਨਣ ਹੋ ਜਾਵੇ, ਸਾਰਾ ਕੁਝ ਸਪਸ਼ਟ ਨਜ਼ਰ ਆਉਣ ਲੱਗ ਪੈਂਦਾ। ਫਿਰ ਗੁਰੂ ਸਾਹਿਬ ਜੀ ਨੇ ਕਈ ਤਰ੍ਹਾਂ ਦੀ ਸਾਧਨਾ ਕਰਾਈ ਉਹਨਾਂ ਕੋਲ, ਅਤੇ ਅੰਤਮ ਦੇ ਵਿੱਚ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਭਾਈ ਲਹਿਣਾ ਜੀ ਨੂੰ ਮੁਰਦਾ ਖਾਣ ਲਈ ਕਹਿ ਦਿੱਤਾ। ਹੁਣ ਮੁਰਦਾ ਖਾਣ ਲਈ ਕਹਿਣ ਦਿੱਤਾ, ਅਤੇ ਉਸੇ ਵਕਤ ਭਾਈ ਲਹਿਣਾ ਜੀ ਨੇ ਕਿਹਾ ਕਿਸ ਤਰਫੋਂ ਸ਼ੁਰੂ ਕਰਾਂ, ਅਤੇ ਗੁਰੂ ਨਾਨਕ ਦੇਵ ਸਾਹਿਬ ਜੀ ਪ੍ਰਸੰਨ ਹੋ ਗਏ। ਹੁਣ ਇਹ ਤਾਂ ਗੱਲ ਸਾਰਿਆਂ ਨੂੰ ਪਤਾ ਹੈ ਕਿ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਭਾਈ ਲਹਿਣਾ ਜੀ ਨੂੰ ਮੁਰਦਾ ਖਾਣ ਲਈ ਕਿਹਾ, ਪਰ ਮੁਰਦੇ ਦਾ ਅਰਥ ਕੀ ਹੈ ਉੱਥੇ ਮੁਰਦੇ ਦਾ ਅਰਥ ਹੈ ਕਿ ਜਿਹੜੇ ਜਗਤ ਦੀ ਅੱਗੇ ਤੁਹਾਨੂੰ ਅਸੀਂ ਨਵਾਜ਼ਿਸ਼ ਦੇਣੀ ਹੈ, ਭਾਵ ਕਿ ਗੁਰਿਆਈ ਦੇ ਸਿੰਘਾਸਣ 'ਤੇ ਬਿਠਾਉਣਾ ਹੈ। ਇਸ ਗੁਰਿਆਈ ਦੇ ਸਿੰਘਾਸਣ 'ਤੇ ਬੈਠਣ ਤੋਂ ਬਾਅਦ ਤੁਹਾਡੇ ਲਈ ਇਹ ਜਗਤ ਮੁਰਦੇ ਵਾਂਗ ਹੈ। ਮੁਰਦੇ ਵਾਂਗ ਹੋਣ ਦਾ ਭਾਵ ਕੀ ਹੈ ਕਿ ਕਿਸੇ ਵੀ ਮੱਤ ਦੇ ਵਿੱਚ ਜਿੰਨੇ ਵੀ ਬੰਦੇ ਸਾਧਨਾ ਕਰ ਰਹੇ ਨੇ, ਸਾਰੇ ਇੱਕ ਤਾਂ ਹਉਮੈ ਵਿੱਚ ਖੁਆਰ ਨੇ, ਵਿਕਾਰਾਂ ਨਾਲ ਭਰੇ ਹੋਏ ਹਨ, ਅਗਿਆਨ ਉਹਨਾਂ ਦਾ ਸਿਖਰਤ ਹੈ, ਪਰ ਗਿਆਨੀ ਬਣ ਕੇ ਘੁੰਮ ਰਹੇ ਹਨ। ਇਸ ਕਰਕੇ ਜੇ ਇਸ ਸਾਰੇ ਸੰਸਾਰ ਦੀ ਨੈਗੇਟਿਵਿਟੀ ਦਾ ਭਾਵ ਕਿ ਇਹਨਾਂ ਦੇ ਅੰਦਰ ਅਗਿਆਨ ਹੈ, ਪਾਪ ਹੈ, ਗੁਨਾਹ ਹੈ, ਅਧਰਮ ਹੈ, ਜੇ ਇਸ ਸਾਰੇ ਨੂੰ ਜਰਨ ਦੀ ਸਮਰੱਥਾ ਆਪਣੇ ਅੰਦਰ ਨਾ ਧਾਰਨ ਕੀਤੀ ਤਾਂ ਇਹਦਾ ਕਲਿਆਣ ਨਹੀਂ ਕਰ ਸਕਣਗੇ। ਇਹਨੂੰ ਸਰਲ ਭਾਸ਼ਾ 'ਚ ਕਹਿਣਾ ਹੋਵੇ ਕਿ ਡਾਕਟਰ ਨੇ ਕਿਸੇ ਰੋਗੀ ਦੇ ਜ਼ਖਮ ਦਾ ਖਰਾਬ ਹੋਏ ਜ਼ਖਮ ਦਾ ਇਲਾਜ ਕਰਨਾ ਹੋਵੇ, ਅਤੇ ਜੇ ਡਾਕਟਰ ਨੂੰ ਇਸ ਗੱਲ ਤੋਂ ਹੀ ਘ੍ਰਿਣਾ ਆਉਣ ਲੱਗ ਪਈ ਕਿ ਇਹਦਾ ਜ਼ਖਮ ਬੜਾ ਮੈਲਾ ਹੈ, ਜਾਂ ਇਹਦੇ ਵਿੱਚੋਂ ਮਵਾਦ ਵਗ ਰਹੀ ਹੈ, ਜਾਂ ਇਹਦੇ ਵਿੱਚ ਕੀੜੇ ਪੈ ਗਏ ਨੇ, ਤਾਂ ਉਹ ਕਦੇ ਭਲਾ ਨਹੀਂ ਕਰ ਸਕੇਗਾ ਮਰੀਜ਼ ਦਾ। ਉਹਨੂੰ ਇਹ ਉਹਦੀ ਮਰੀਜ਼ ਦੇ ਜ਼ਖਮ ਦੀ ਬਦਬੂ, ਮਰੀਜ਼ ਦੇ ਜ਼ਖਮ ਦਾ ਮੈਲਾ ਅਤੇ ਭੈੜਾ ਹੋਣਾ, ਉਹ ਸਾਰਾ ਕੁਝ ਉਲੰਘ ਕੇ ਅਤੇ ਉਹਦੇ ਇਲਾਜ ਵੱਲ ਜਾਣਾ ਪੈਂਦਾ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਗੁਰ ਬਿਨ ਗਿਆਨ। ਇਸ ਕਰਕੇ ਬਾਣੀ ਦੇ ਵਿੱਚ ਵੀ ਵਾਕ ਆਉਂਦੇ ਨੇ, ਕੁੰਭੇ ਬੱਧਾ ਜਲ ਰਹਿ, ਜਲ ਬਿਨ ਕੁੰਭ ਨਾ ਹੋਏ। ਹੁਣ ਗੁਰੂ ਨਾਲ ਜੁੜ ਕੇ ਗਿਆਨ ਕਿਵੇਂ ਪ੍ਰਾਪਤ ਹੁੰਦਾ, ਇਹ ਵੀ ਇੱਕ ਵਿਸ਼ਾ ਬਣਦਾ ਹੈ। ਜਦ ਸਤਿਗੁਰੂ ਦੇ ਨਾਲ ਜੁੜੀਏ ਤਾਂ ਅਸੀਂ ਸਤਿਗੁਰੂ ਦੇ ਨਾਲ ਜੁੜਨਾ ਹੈ ਸ਼ਬਦ ਕਰਕੇ। ਚਾਹੇ ਸ਼ਬਦ ਦਾ ਕੀਰਤਨ ਸ਼ਰਵਣ ਕਰ ਲਓ, ਚਾਹੇ ਸ਼ਬਦ ਦੀ ਕਥਾ, ਅਤੇ ਚਾਹੇ ਸ਼ਬਦ ਦਾ ਭਾਵਨਾ ਦੇ ਨਾਲ ਪਾਠ ਕਰ ਲਓ। ਜਦੋਂ ਕੋਈ ਵੀ ਗੁਰੂ ਕਾ ਸ਼ਬਦ ਅਸੀਂ ਪੜ੍ਹਨਾ, ਸੁਣਨਾ, ਵਿਚਾਰਨਾ ਹੈ, ਤਾਂ ਇੱਕ ਗੱਲ ਸਦੀਵੀ ਯਾਦ ਰੱਖਣਾ ਕਿ ਇਹ ਕੇਵਲ ਇੱਕ ਅੱਖਰ ਮਾਤਰ ਜਾਂ ਸ਼ਬਦ ਮਾਤਰ ਨਹੀਂ ਹਨ। ਜਿਵੇਂ ਕਹਿ ਲਓ ਕਿ ਹੁਣ ਤਾਂ ਚਲੋ ਸਮਾਂ ਥੋੜ੍ਹਾ ਤਬਦੀਲ ਹੋ ਗਿਆ। ਪਹਿਲੇ ਸਮਿਆਂ ਦੇ ਵਿੱਚ ਲੋਕ ਚਿੱਠੀਆਂ ਦੁਆਰਾ ਆਪਣੇ ਵਿਚਾਰਾਂ ਦਾ, ਆਪਣੇ ਭਾਵਨਾਵਾਂ ਦਾ, ਆਪਣੀਆਂ ਹਾਲਾਤਾਂ ਦਾ ਉਹ ਵਾਰਤਾਲਾਪ ਕਰਦੇ ਸਨ। ਤਾਂ ਫਿਰ ਹੁੰਦਾ ਸੀ ਕਿ ਕਈ ਵਰ੍ਹੇ ਤੱਕ ਉਹ ਚਿੱਠੀਆਂ ਸੰਭਾਲ ਕੇ ਲੋਕ ਰੱਖਦੇ ਸਨ। ਤਾਂ ਇਹਦਾ ਭਾਵ ਹੈ ਕਿ ਜੋ ਗੁਰਬਾਣੀ ਹੈ, ਇਹ ਸਤਿਗੁਰੂ, ਇਹ ਹਮੇਸ਼ਾ ਇਹ ਗੱਲ ਆਪਣੇ ਅੰਦਰ ਯਾਦ ਰੱਖਣੀ ਕਿ ਅੱਜ ਤਾਂ ਭਾਵੇਂ ਨੂੰ ਅਸੀਂ ਬੀੜ ਰੂਪ ਦੇ ਵਿੱਚ ਪੜ੍ਹ ਰਹੇ ਹਾਂ, ਪਰ ਇਹ ਬੋਲ ਗੁਰੂ ਸਾਹਿਬਾਨਾਂ ਦੇ ਮੁਖ ਤੋਂ, ਪਵਿੱਤਰ ਮੁਖ ਤੋਂ ਉਚਾਰੇ ਹੋਏ ਹਨ, ਅਤੇ ਉਹ ਸਾਡੇ ਲਈ ਹਨ। ਜਿਵੇਂ ਇਹਨਾਂ ਬਚਨਾਂ ਨੂੰ ਕਮਾ ਕੇ ਸੱਜਣ ਵਰਗੇ ਅਸਲ ਸੱਜਣ ਬਣ ਗਏ, ਮਲਕ ਭਾਗੋ ਵਰਗੇ ਸਿੱਧੇ ਰਾਹ 'ਤੇ ਪੈ ਗਏ, ਉਹੋ ਜਿਹਾ ਹੀ ਅੱਜ ਦਾ ਯੁੱਗ ਹੈ। ਅਤੇ ਅਸੀਂ ਵੀ ਉਹੀ ਗੁਰੂ ਬਚਨਾਂ ਤੋਂ ਸੇਧ ਲੈਣੀ ਹੈ। ਜਦੋਂ ਸਤਿਗੁਰੂ ਸਾਹਿਬ ਜੀ ਦੇ ਸ਼ਬਦ ਨਾਲ ਜੁੜਦੇ ਹਾਂ, ਤਾਂ ਫਿਰ ਸਭ ਤੋਂ ਪਹਿਲਾਂ ਸਾਨੂੰ ਸਾਡੇ ਜੀਵਨ ਦਾ ਮਨੋਰਥ ਸਮਝ ਆਉਂਦਾ ਹੈ, ਗਿਆਨ ਦਾ ਭਾਵ। ਹੁਣ ਅਗਿਆਨ ਦੇ ਵਿੱਚ ਹਾਂ ਤਾਂ ਹੀ ਐਸਾ ਕੁਝ ਇਕੱਠਾ ਕਰ ਰਹੇ ਹਾਂ ਜਿਹੜਾ ਕੁਝ ਨਾਲ ਜਾਣ ਵਾਲਾ ਨਹੀਂ। ਜੇ ਗਿਆਨ ਦੇ ਵਿੱਚ ਹੋਈਏ ਅਤੇ ਉਹੀ ਕੁਝ ਇਕੱਤਰਿਤ ਕਰਾਂਗੇ ਜਿਹੜਾ ਸਦੀਵੀ ਸਾਡੇ ਨਾਲ ਰਹੇਗਾ। ਅਗਿਆਨ ਦੇ ਵਿੱਚ ਹਾਂ ਤਾਂ ਹੀ ਉਹਨਾਂ ਨਾਸ਼ਵਾਨ ਸੰਬੰਧੀਆਂ ਦੇ ਮੋਹ ਵਿੱਚ ਪਏ ਹਾਂ, ਜਿਹੜੇ ਜੀਵਨ ਦੇ ਵਿੱਚ ਵੱਧ ਤੋਂ ਵੱਧ ਮਰਕਟ ਘਾਟ ਤੱਕ ਜਿਨ੍ਹਾਂ ਦਾ ਸਾਥ ਹੈ, ਪਰ ਜਿਹੜਾ ਸਦੀਵੀ ਸਾਥੀ ਹੈ ਸਾਡਾ, ਉਹਦੀ ਬਾਤ ਨਹੀਂ ਅਸੀਂ ਬੁੱਝਣ ਵੱਲ ਰਾਜੀ।
इस करके गुरु साहब जी कहते जब सतगुरु मिलता है तो सतगुरु अपने शब्द के नाल पहला मनुख नूं जिहड़ा है जीवन का मनोरथ दृढ़ कराउंदा ते जीवन का मनोरथ कित्थों दृढ़ कराउंदा है। जिवें अज दा पावन मुखवाक देख लो, रचंत जी रचना मात गर्भ अस्थापनं। असी सारी जिंदगी किन्नी पढ़ाई कर लैंदे आ, साडे बचपन दे बारे बोलिया जांदा कि बचपन 'च चंगीआं आदतां सिक्खो, साडी जवानी बारे समझाया जांदा कि जवानी दे विच चंगे संस्कार सिक्खो, गृहस्थ बारे कहा जांदा कि परिवार की मर्यादा विच रहो, बुढ़ापे बारे कहा जांदा कि संयम दे विच रहो। पर कदों साडा जीवन जिथों आरंभ होया उहदी बात कोई नहीं करदा ते सतगुरु दा शब्द सानू साडे जीवन दे पहले पल दी सोझी दिंदा है कि पहले पैरे रैण कै वणजारिया मित्रा, हुक्म पया गर्भास। कि माता पिता दे संजोग दे नाल तेरे जीवन की रचना मालिक ने शुरू की, तो उस रचना का जो सारा जीवन पूरा हो गया, सिलसिला पूरा हो गया, तो तू इस जगत विच आया। इस करके अज तू कहना मेरे ते कृपा नहीं, मालिक मेरी सुनदा नहीं, मालिक मैनू अपनी कृपा दे जलाओ नहीं दिखाउंदा। तो गुरु साहब जी आखदे हन कि जठर अग्नि दे विच जदों मुख हेठां सी पैर उपर सन, जदों सब तरीक़िਆਂ ਦੇ ਨਾਲ जीवन ਜਿਹੜਾ ਅਸੀਂ कह लो कि एक संकट नाल घिरिया होया सी, उदों रखिया करन वाला कौन सी। इस करके साडे जीवन दे पहले आरंभक दा ही सानू गुरु साहब जी ज्ञान दिंदे ने, फिर अगे साडे जीवन की अमोलकता सानू दिखाउंदे ने। अमोलकता दा भाव की है कि ये जीवन दोबारा नहीं बनता। आ शरीर दे विच देख लो, कई बारी कोई छोटा जिहा रोग पैदा हो जाए, कई साल मनुख वैद्यां कोल बंदा जांदा रहिंदा पर फिर भी उहदी तंदुरुस्ती नहीं मिलती। इहदा भाव है कि जिहड़ा तंदुरुस्त शरीर है, तंदुरुस्त अंग ने, उन्हां दी किन्नी कीमत होएगी। सतगुरु दे नाल जुड़ के पहलां जीवन का मनोरथ समझ आउंदा है ते जीवन की अमोलकता का पता लगता है। फिर दूजा पक्ष सतगुरु दे नाल जुड़ के सानू पता लगता है कि साडा जीवन किहड़ी वड्डी समस्या च है, जिन्नू तीजे पातशाह गुरु अमरदास साहब जी रोज़ाना बख्शिश करते हैं। लिव छुड़की लगी तृष्णा माया अमर वरताया, कि इस वड्डे संकट दे विच मनुख तेरा जीवन है। फिर तू आया कित्थे, केवल धरती ते नहीं आया, तू उस जगह आया हाँ जिथे पावक सागर अथाह लहरां हन, कि जिथे वकारां दियां वासनावां दियां मनमुखता दियां हौमे दियां अथाह लहरां हन। फिर इन्हां लहरां तो बचण दा ढंग भी गुरु शब्द कोलों, इन्हां लहरां तो पार लंघ के कित्थे पहुँचना है वो मंजिल दा पता भी गुरु कोलों। फिर जदों मंजिल नूं पा के उहदे विच भेद हो जावांगे, उहदा भी समुच्चा भेद गुरु दे कोल ही है। इस करके गुरु साहब जी कहंदे गुर बिन ज्ञान। मैं एक अपना निजी वाक्य आपदे सन्मुख रख दियां, साडा कोई थोड़ा दूरवर्ती कह लो, निकटवर्ती नहीं, दूरवर्ती है, पढ़ाई दे विच थोड़ा तेज है। एक दफ़ा वो विचार कह लो, विचार कम बहस करन लग पिया कि मैनू तो धर्म की सार सिक्ख्या पता है, मैं सिख धर्म के उपर MA की हुई है, मैनू पता है सारा कुछ की किया गया। चलो कुदरती मैं उहदे नाल इस तरह के विचार विच नहीं सी पैना चाहुंदा, पर मन अंदर ख्याल आया कि जिवें 5 वकार असीं कहने, किन्नों नहीं पता 5 वकारां बारे, पर 5 वकारां दियां प्रवृत्तियां किन्नियां ने, बिरतियां किन्नियां ने, ये किन्नों पता। जिवें काम दियां किन्नियां बिरतियां ने, कि हुण कोई भी है, जिवें कह लो आ मकान बनाउणा हुंदा असीं, जे इहदी छत पाउण दा ख्याल है तो इहदा भाव है कि पहला सानू इट्टां दी एक उच्ची चुनाई करनी पैगी, फिर उहदे उपर छत टिकेगी। काम दा ते सब नूं पता है, पर काम किन्नियां बिरतियां करके साडे अंदर प्रवेश करदा, इहदा किन्नू पता है। फिर बिरतियां दे अगे किन्ने किन्ने फुरने बनदे हन। हुण एक तां आप जी हैरान होवोगे, हुण कहा जांदा कि जिहड़ा काम उत्तेजना है ये बंदा बहुत ही नेत्रां दे नाल भोगदा। मैं जिंदगी च इहो ਜਿਹੇ भी सिलसिले देखे ने कि नेत्रहीन बंदे भी काम की वासना में गर्क होए देखे ने। उहदा की करोगे फिर? इन्ना तो सब नूं पता कि 5 वकार मैनूं पता है जी, चंगी गल है, पता है, पर उहदियां अगलियां 8 बिरतियां, 8 बिरतियां चों किन्ने फुरने बनदे ने, ते एक एक फुरन कल्ला पहलां फुरनियां दा पता होना,
ਫਿਰ ਉਹਨਾਂ ਫੁਰਨਿਆਂ ਤੋਂ ਬਚ ਕੇ ਆਪਣੇ ਆਪ ਨੂੰ ਇਹਦੀ ਮਲੀਨਤਾ ਤੋਂ ਬਚਾ ਕੇ ਰੱਖਣਾ ਇਹ ਕਿੰਨਾ ਕਠਿਨ ਹੈ। ਇਸ ਕਰਕੇ ਗੁਰੂ ਸਾਹਿਬ ਜੀ ਜ਼ਿਕਰ ਕਰਦੇ ਨੇ ਗੁਰ ਬਿਨ ਗਿਆਨ, ਕਿ ਜਦੋਂ ਜਦੋਂ ਗੁਰੂ ਸ਼ਬਦ ਨੂੰ ਦ੍ਰਿੜ ਕਰਦੇ ਹਾਂ, ਗੁਰੂ ਸ਼ਬਦ ਦਾ ਗਿਆਨ ਧਾਰਨ ਕਰਦੇ ਹਾਂ, ਅਤੇ ਹਰੇਕ ਪੱਖ ਦਾ ਸਾਡੇ ਅੰਦਰ ਇੱਕ ਸੰਪੂਰਨ ਪ੍ਰਕਾਸ਼ ਹੁੰਦਾ ਹੈ। ਹੁਣ ਉਦਾਹਰਨ ਦੇ ਤੌਰ 'ਤੇ ਜ਼ਿਆਦਾ ਗਹਿਰਾ ਹਨੇਰਾ ਹੋਵੇ ਅਤੇ ਛੋਟੀ ਜਿਹੀ ਕੋਈ ਨਿੱਕਾ ਜਿਹਾ ਦੀਪਕ ਲੈ ਲਈਏ ਅਤੇ ਉਹ ਸਾਰੇ ਕਮਰੇ 'ਚ ਚਾਨਣ ਨਹੀਂ ਕਰਦਾ। ਉਹਦੇ ਲਈ ਵੱਡਾ, ਜਿਵੇਂ ਸਾਰੇ ਸੰਸਾਰ ਨੂੰ ਚਾਨਣ ਦੇਣਾ ਅਤੇ ਸੂਰਜ ਦਾ ਉਦੈ ਹੋਣਾ ਜ਼ਰੂਰੀ ਹੈ। ਸਾਡੀਆਂ ਵੱਡੀਆਂ ਵੱਡੀਆਂ ਲਾਈਟਾਂ ਜਗਾਈਆਂ ਸੂਰਜ ਰਾਤ ਦਾ ਹਨੇਰਾ ਦੂਰ ਨਹੀਂ ਕਰ ਸਕਣਗੀਆਂ। ਇਸ ਕਰਕੇ ਜੀਵਨ ਜਿਹੜਾ ਹਉਮੈ ਵਿੱਚ, ਵਿਕਾਰਾਂ ਵਿੱਚ, ਮਾਇਆ ਦੇ ਪ੍ਰਪੰਚ ਵਿੱਚ, ਮਨਮੁਖਤਾ ਵਿੱਚ ਘਿਰ ਜਾਂਦਾ ਹੈ ਅਤੇ ਉਹਨੂੰ ਆਪਣੇ ਪਰਮ ਸਰੂਪ ਦੀ ਸੋਝੀ ਨਹੀਂ ਰਹਿੰਦੀ। ਉਹਦੀ ਸੋਝੀ ਦੇ ਲਈ ਗੁਰੂ ਦਾ ਮਿਲਾਪ ਜ਼ਰੂਰੀ ਹੈ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਗੁਰ ਬਿਨ ਗਿਆਨ। ਹੁਣ ਇਹਦਾ ਅਗਲਾ ਇੱਕ ਭਾਵ ਇਹ ਵੀ, ਜਦੋਂ ਸਿੱਧਾਂ ਦਾ ਗੁਰੂ ਸਾਹਿਬ ਜੀ ਦੇ ਨਾਲ ਮਿਲਾਪ ਹੋਇਆ ਤਾਂ ਗੁਰੂ ਸਾਹਿਬ ਜੀ ਨੂੰ ਉਹਨਾਂ ਨੇ ਪੁੱਛਿਆ ਕਿ ਫਿਰ ਤੁਸੀਂ ਤਾਂ ਗੁਰੂ ਧਾਰਨ ਕੀਤਾ ਨਹੀਂ ਜੀ, ਹੁਣ ਤੱਕ ਤੁਹਾਡਾ ਤਾਂ ਗੁਰੂ ਕਿਤੇ ਮਿਲਦਾ ਨਹੀਂ। ਸਾਡੇ ਤਾਂ ਇਹ ਹੈ ਕਿ ਚਲੋ ਜਿਹੜੇ ਸਾਡੇ ਤੋਂ ਵੱਡੇ ਜੋਗੀ ਹੋਏ ਨੇ, ਸਿੱਧ ਹੋਏ ਨੇ, ਅਸੀਂ ਉਹਨਾਂ ਨੂੰ ਗੁਰੂ ਮੰਨਿਆ। ਤਦ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਉੱਤਰ ਬਖਸ਼ਿਸ਼ ਕੀਤਾ ਸੀ ਉਹਨਾਂ ਨੂੰ, ਪਵਨ ਆਰੰਭ ਸਤਿਗੁਰ ਮਤ ਵੇਲਾ, ਸ਼ਬਦ ਗੁਰੂ ਸੁਰਤ ਧੁਨ ਚੇਲਾ, ਕਿ ਪਰਮੇਸ਼ਰ ਨੇ ਸ਼ਬਦ ਦੇ ਜਿਸ ਉਚਾਰਨ ਦੇ ਨਾਲ ਸ੍ਰਿਸ਼ਟੀ ਪੈਦਾ ਕੀਤੀ ਹੈ, ਉਹਦਾ ਸ਼ਬਦ ਸਾਰੀ ਕਾਇਨਾਤ ਵਿੱਚ ਰਮਿਆ ਹੋਇਆ ਹੈ। ਅਤੇ ਉਸ ਸ਼ਬਦ ਦੇ ਭਾਵ ਨੂੰ ਜਦੋਂ ਬੁੱਝ ਕੇ ਮੈਂ ਸਰਵ ਵਿਆਪਕ ਮਾਲਕ ਨਾਲ ਜੁੜ ਜਾਂਦਾ ਹਾਂ ਤਾਂ ਉਦੋਂ ਮੇਰਾ ਉਹ ਗੁਰੂ ਸਰੂਪ ਪ੍ਰਗਟ ਹੋ ਜਾਂਦਾ। ਭਾਵ ਕਿ ਅਪਰੰਪਰ ਪਾਰ ਬ੍ਰਹਮ ਪਰਮੇਸ਼ਰ, ਨਾਨਕ ਗੁਰ ਮਿਲਿਆ ਸੋਈ ਜੀਓ, ਕਿ ਜਿਹੜਾ ਮਾਲਕ ਕਾਇਨਾਤ ਵਿੱਚ ਰਮਿਆ ਹੈ ਅਤੇ ਸ਼ਬਦ ਰੂਪ ਕਰਕੇ। ਸ਼ਬਦ ਰੂਪ ਦਾ ਭਾਵ ਇਹ ਹੈ ਕਿ ਜਿਵੇਂ ਪੰਛੀ ਉਚਾਰਦੇ ਹਨ, ਇਹਨਾਂ ਦੇ ਵਿੱਚ ਆਵਾਜ਼ ਹੈ। ਸ੍ਰਿਸ਼ਟੀ ਦੇ ਵਿੱਚ ਇੰਨੇ ਗੁਣ ਵਿਆਪਕ ਨੇ, ਉਹਨਾਂ ਸਾਰੇ ਗੁਣਾਂ ਨੂੰ, ਉਹਨਾਂ ਸਾਰੀਆਂ ਵਿਸ਼ੇਸ਼ਤਾਵਾਂ ਨੂੰ ਬੁੱਝ ਕੇ ਅਤੇ ਅਗੰਮ ਅਗੋਚਰ ਮਾਲਕ ਦੇ ਨਾਲ ਜੁੜ ਜਾਣਾ ਹੀ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਦਾ ਗੁਰੂ ਹੈ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਗੁਰ ਬਿਨ ਗਿਆਨ। ਸਤਿਗੁਰੂ ਪਹਿਲਾਂ ਸਾਨੂੰ ਸਾਡੇ ਜੀਵਨ ਮਨੋਰਥ ਦ੍ਰਿੜ ਕਰਾਉਂਦੇ ਨੇ, ਜੀਵਨ ਦੀ ਅਮੋਲਕਤਾ ਦ੍ਰਿੜ ਕਰਾਉਂਦੇ ਨੇ, ਫਿਰ ਸਾਡੇ ਜੀਵਨ ਦੀ ਵੱਡੀ ਸਮੱਸਿਆ ਦ੍ਰਿੜ ਕਰਾਉਂਦੇ ਨੇ, ਸਮੱਸਿਆ ਦੀ ਗਹਿਰਾਈ ਦੱਸਦੇ ਨੇ, ਫਿਰ ਸਮੱਸਿਆ ਤੋਂ ਪਾਰ ਲੰਘਣ ਦਾ ਢੰਗ ਦੱਸਦੇ ਨੇ, ਅਤੇ ਫਿਰ ਜਦੋਂ ਸਮੱਸਿਆ ਤੋਂ ਪਾਰ ਪੈਣ ਦੀ ਜੁਗਤੀ ਆ ਜਾਂਦੀ ਹੈ, ਸਮੱਸਿਆ ਤੋਂ ਜੀਵ ਪਾਰ ਹੋ ਜਾਂਦਾ, ਹਉਮੈ ਦੀ ਪਾਲ ਤੋਂ ਛੁੱਟ ਜਾਂਦਾ ਹੈ, ਫਿਰ ਜਿਸ ਪਰਮ ਸਰੂਪ ਦੇ ਵਿੱਚ ਅਭੇਦ ਹੋਣਾ ਹੈ ਉਹਦਾ ਪਤਾ ਵੀ ਸਤਿਗੁਰੂ ਸਾਹਿਬ ਜੀ ਆਪ ਦਿੰਦੇ ਹਨ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਗੁਰ ਬਿਨ ਗਿਆਨ। ਹੁਣ ਗੁਰੂ ਕੋਲੋਂ ਗਿਆਨ ਪ੍ਰਾਪਤ ਕਰਨਾ ਹੋਵੇ ਤਾਂ ਦੋ ਜੁਗਤੀਆਂ ਨੇ, ਜਾਂ ਤਾਂ ਬੜਾ ਗਹਿਰਾ ਗੁਰੂ ਸ਼ਬਦ ਨੂੰ ਸੁਣਿਆ ਜਾਵੇ ਅਤੇ ਜਾਂ ਬੜਾ ਗਹਿਰਾ ਗੁਰੂ ਸ਼ਬਦ ਨੂੰ ਵਿਚਾਰਿਆ ਜਾਵੇ। ਸਤਿਗੁਰੂ ਸਾਹਿਬ ਜੀ ਕਹਿੰਦੇ ਗੁਰ ਬਿਨ ਗਿਆਨ, ਕਿ ਸ਼ਬਦ ਦੀ ਜਿਹੜੀ ਉੱਪਰਲੀ ਸੱਤਾ, ਜਿਵੇਂ ਇਹਨੂੰ ਕਹਿ ਲਓ ਸਰਲ, ਕਿ ਜੇ ਸਾਗਰ ਦੇ ਵਿੱਚੋਂ ਮੋਤੀ ਤਲਾਸ਼ਣੇ ਨੇ, ਹੀਰੇ ਮੋਤੀਆਂ ਦੀ ਤਲਾਸ਼ ਹੈ, ਅਤੇ ਕੋਈ ਕਵੇ ਮੈਂ ਸਾਗਰ ਦੇ ਉੱਪਰ ਤਾਰੀਆਂ ਲਾਈ ਜਾਵਾਂ ਅਤੇ ਮੈਨੂੰ ਮੋਤੀ ਪ੍ਰਾਪਤ ਹੋ ਜਾਣ, ਇਹ ਕਦੇ ਵੀ ਬਾਤ ਨਹੀਂ ਬਣੇਗੀ। ਮੋਤੀ ਪ੍ਰਾਪਤ ਕਰਨੇ ਹਨ, ਹੀਰੇ ਜਵਾਹਰਾਤ ਪ੍ਰਾਪਤ ਕਰਨੇ ਹਨ, ਅਤੇ ਸਾਗਰ ਦੀ ਜਿਹੜੀ ਹੇਠਲੀ ਸੱਤਾ ਹੈ, ਭਾਵ ਕਿ ਪਾਣੀ ਦੇ ਵਿੱਚ ਪ੍ਰਵੇਸ਼ ਹੋ ਕੇ ਕਈ ਸੌ ਮੀਟਰ ਤੱਕ ਗਹਿਰਾ ਉਤਰਨਾ ਪਏਗਾ, ਸਾਗਰ ਦੀ ਸਤਹ ਨੂੰ ਜਾ ਕੇ ਫੁੱਲਣਾ ਪਏਗਾ, ਫਿਰ ਉੱਥੋਂ ਜਾ ਕੇ ਮੋਤੀ ਲੱਭਣਗੇ। ਇਸੇ ਤਰ੍ਹਾਂ ਗੁਰੂ ਦਾ ਜਿਹੜਾ ਸ਼ਬਦ ਹੈ, ਸ਼ਬਦ ਦੇ ਵਿੱਚ ਪੂਰੀ ਤਰ੍ਹਾਂ ਸਮਾਉਣ ਦੇ ਲਈ ਕੀਰਤਨ ਦਾ ਬਹੁਤ ਲੰਬਾ ਸੁਣਨਾ ਜ਼ਰੂਰੀ ਹੈ, ਅਤੇ ਕੀਰਤਨ ਦੀ ਵਿਚਾਰ, ਜਿਹੜੀ ਸ਼ਬਦ ਦੀ ਵਿਚਾਰ ਵੀ ਨਾਲੇ ਜ਼ਰੂਰੀ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਗੁਰ ਬਿਨ ਗਿਆਨ। ਇਸ ਕਰਕੇ ਗੁਰੂ ਤੋਂ ਬਿਨਾਂ ਗਿਆਨ ਨਹੀਂ ਉਤਪੱਤ ਹੋ ਸਕਦਾ। ਜਾਣਕਾਰੀ ਬੜਿਆਂ ਨੂੰ ਹੈ, ਜਾਣਕਾਰੀ ਬਹੁਤ ਨੂੰ ਹੈ, ਪਰ ਗਿਆਨ ਨਹੀਂ ਹੋ ਸਕਦਾ। ਜਿਵੇਂ ਅੱਜ ਸਮਝ ਲਈਏ ਕਿਸੇ ਬੰਦੇ ਨੂੰ ਬਿਠਾ ਕੇ 1 ਘੰਟਾ ਆਪਣੇ ਸਾਹਮਣੇ ਕਹੀਏ ਕਿ ਆਪਣੇ ਮਨ ਦੇ ਜਿੰਨੇ ਫੁਰਨੇ ਤੇਰੇ 1 ਘੰਟੇ ਦੇ ਵਿੱਚ ਆਉਂਦੇ ਹਨ, ਜਿਹੜੇ ਤੇਰੀ ਸਮਝ ਵਿੱਚ ਵੀ ਹਨ, ਜਿਹੜੇ ਪਰੋਖ ਅਪਰੋਖ ਦੋਵੇਂ ਹਨ, 1 ਘੰਟੇ ਦੇ ਵਿੱਚ ਆਪਣੇ ਮਨ ਦੇ ਸਾਰੇ ਫੁਰਨੇ ਲਿਖ ਕੇ ਦੱਸ। ਮੁਸ਼ਕਿਲ ਹੈ ਕੋਈ ਇੱਕ ਅੱਧਾ ਬੰਦਾ ਦੱਸ ਸਕੇ। ਕਾਰਨ ਕੀ ਹੈ ਕਿ ਅਜੇ ਮਨ ਦਾ ਸਰੂਪ ਹੀ ਨਹੀਂ ਬੁੱਝਣ ਆਇਆ ਕਿ ਮਨ ਦਾ ਸਰੂਪ ਕਿਹੋ ਜਿਹਾ ਹੈ।
ਤੇ ਇਹ ਮਨ ਦਾ ਸਰੂਪ ਬੁੱਝਣਾ ਸਤਿਗੁਰੂ ਕੋਲੋਂ ਹੀ ਸਮਝ ਆਉਂਦਾ। ਤਾਂ ਗੁਰੂ ਸਾਹਿਬ ਜੀ ਕਹਿੰਦੇ ਗੁਰ ਬਿਨ ਗਿਆਨ, ਗੁਰੂ ਤੋਂ ਬਿਨਾਂ ਗਿਆਨ ਦੀ ਉਤਪੱਤੀ ਨਹੀਂ ਹੁੰਦੀ। ਧਰਮ ਬਿਨ ਧਿਆਨ, ਹੁਣ ਤੁਹਾਨੂੰ ਬੜੇ ਮਿਲਣਗੇ ਅੱਜ ਦੇ ਸਮੇਂ 'ਚ। ਇਹਨੂੰ ਕਹਿ ਲਓ ਕਿ ਇਹ ਪੋਸਟ ਮਾਡਰਨਟੀ ਵਾਲਾ ਧਰਮ ਹੈ, ਜਿਹੜਾ ਗੁਰੂ ਘਰ ਨੂੰ ਆਉਣਾ, ਗੁਰੂ ਘਰ, ਮੰਦਰ, ਮਸਜਿਦ, ਚਰਚ ਜਾਣਾ ਪ੍ਰਵਾਨ ਨਹੀਂ ਕਰਦਾ। ਕਿਸੇ ਇਸ਼ਟ ਨੂੰ ਨਹੀਂ ਮੰਨਦਾ, ਪਰ ਕਹਿੰਦਾ ਕਿ ਮੈਂ ਗਿਆਨੀ ਹਾਂ। ਕਿਸੇ ਤਰ੍ਹਾਂ ਦੇ ਗੁਰਮੰਤਰ ਦੀ ਆਰਾਧਨਾ ਨਹੀਂ ਕਰਦਾ, ਸ਼ਬਦ ਦੀ ਵਿਚਾਰ ਨਹੀਂ ਕਰਦਾ, ਪਰ ਕਹਿੰਦਾ ਮੈਂ ਧਿਆਨੀ ਹਾਂ। ਬੜੇ ਲੋਕ ਤੁਹਾਨੂੰ ਮਿਲ ਜਾਣਗੇ ਅੱਜ ਦੇ ਸਮੇਂ ਦੇ ਵਿੱਚ। ਇੱਥੇ ਨੇੜੇ ਹੀ ਤੁਹਾਡੇ ਇੱਕ ਸੈਂਟਰ ਹੈ, ਉਹ ਵੀ ਇਹੀ ਕੰਮ ਕਰਦੇ ਨੇ ਲਗਭਗ, ਕਿ ਕੋਈ ਇਸ਼ਟ ਨਹੀਂ। ਹੁਣ ਗੁਰੂ ਸਾਹਿਬ ਜੀ ਕਹਿੰਦੇ ਧਰਮ ਬਿਨ ਧਿਆਨ। ਧਰਮ ਦਾ ਭਾਵ ਇਹ ਹੈ ਕਿ ਸਾਰੇ ਬ੍ਰਹਿਮੰਡ ਨੂੰ ਮਾਲਕ ਜਿਸ ਨੇਮ ਦੇ ਨਾਲ ਚਲਾ ਰਿਹਾ ਹੈ, ਉਸ ਨੇਮ ਦਾ ਧਿਆਨ ਧਰਨਾ, ਭਾਵ ਕਿ ਉਹਦੇ ਵਿੱਚ ਪੂਰਾ ਫਨਾਹ ਹੋ ਜਾਣਾ। ਜਿਵੇਂ ਇਹਨੂੰ ਸਰਲ ਕਹਿ ਲਓ ਕਿ ਜਿਵੇਂ ਆਸਾ ਦੀ ਵਾਰ ਵਿੱਚ ਬਚਨ ਆਉਂਦੇ ਹਨ, ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋ ਕਰੋੜੀ ਚਲਤ ਅਨੰਤ। ਕਿ ਏਡੇ ਵੱਡੇ ਗ੍ਰਹਿ ਵੀ ਮਾਲਕ ਦੇ ਭੈ ਭਾਵ ਨੇਮ ਦੇ ਵਿੱਚ ਹਨ, ਡਰ ਵਿੱਚ ਹਨ। ਅਤੇ ਧਰਮ ਬਿਨ ਧਿਆਨ ਦਾ ਭਾਵ ਹੈ ਕਿ ਇਸ ਨੇਮ ਨੂੰ ਬੁੱਝ ਕੇ ਆਪਣੇ ਜੀਵਨ ਦੇ ਵਿੱਚ ਵੀ ਉਹ ਭਾਉ ਪੈਦਾ ਕਰ ਲੈਣਾ ਕਿ ਜਿਵੇਂ ਸੂਰਜ ਚੰਦ ਗਰਦਿਸ਼ ਵਿੱਚ ਚੱਲ ਰਹੇ ਹਨ, ਕਿ ਅਸੀਂ ਵੀ ਆਪਣੇ ਜੀਵਨ ਨੂੰ ਪਾਪ ਦੀ, ਅਵਗੁਣ ਦੀ, ਗੁਨਾਹ ਦੀ ਖਾਈ ਤੋਂ ਬਚਾ ਕੇ ਧਰਮ ਦੀ ਸ਼ੁੱਭਤਾ ਵਾਲੇ ਪਾਸੇ ਲਗਾਈ ਰੱਖਣਾ ਹੈ। ਇਹ ਧਿਆਨ ਸਾਧਨਾ ਹੁੰਦੀ ਹੈ। ਗੁਰੂ ਸਾਹਿਬ ਜੀ ਕਹਿੰਦੇ ਧਿਆਨ ਦੇ ਨਾਲ ਜਿਹੜਾ ਸਮੁੱਚੇ ਬ੍ਰਹਿਮੰਡ ਵਿੱਚ ਨੇਮ ਚੱਲ ਰਿਹਾ ਉਹਨੂੰ ਬੁੱਝਣ ਦਾ ਯਤਨ ਕਰੋ। ਇਸ ਕਰਕੇ ਗੁਰੂ ਸਾਹਿਬ ਜੀ ਜ਼ਿਕਰ ਕਰਦੇ ਧਰਮ ਬਿਨ ਧਿਆਨ। ਹੁਣ ਧਰਮ ਬਿਨ ਧਿਆਨ ਵੀ ਨਹੀਂ ਹੋ ਸਕਦਾ ਜਿੰਨਾ ਚਿਰ ਧਰਮ ਦਾ ਸਰੂਪ ਨਹੀਂ ਬੁੱਝਾਂਗੇ। ਹੁਣ ਬੜੇ ਬੰਦੇ ਬਾਤ ਕਰਨਗੇ ਕਿ ਅਸੀਂ ਧਾਰਮਿਕ ਹਾਂ ਜਾਂ ਸਾਨੂੰ ਲੋਕ ਧਾਰਮਿਕ ਕਹਿੰਦੇ ਨੇ, ਪਰ ਜੇ ਧਰਮ ਦੇ ਸਰਲ ਅਰਥ ਸਮਝ ਲਏ ਜਾਣ ਤਾਂ ਧਰਮ ਦਾ ਸਰਲ ਅਰਥ ਹੁੰਦਾ ਹੈ ਧਾਰਨ ਕਰਨਾ। ਕਿਸ ਨੂੰ? ਜਿਹੜਾ ਸਾਰੇ ਬ੍ਰਹਿਮੰਡ ਦੀ ਨਿਵਾਜਿਸ਼ ਕਰਤਾ ਹੈ। ਜਿਵੇਂ ਜਪਜੀ ਸਾਹਿਬ ਦੀ ਬਾਣੀ ਹੈ, ਧੌਲ ਧਰਮ ਦਇਆ ਕਾ ਭੂਤ, ਕਿ ਧਰਮ ਦਾ ਜਿਹੜਾ ਪਹਿਲਾ ਪ੍ਰਮੁੱਖ ਗੁਣ ਹੈ ਦਇਆ, ਕਿ ਮਾਲਕ ਨੇ ਸਾਡੇ ਉੱਪਰ ਪਹਿਲੀ ਇਹੀ ਦਇਆ ਕੀਤੀ ਕਿ ਸਾਡੀ ਮਿੱਟੀ ਨੂੰ ਆਪਣੀ ਜੋਤ ਪਾ ਕੇ ਤੜਕਾ ਦਿੱਤਾ ਹੈ। ਸਾਡਾ ਜੀਵਨ ਮਿੱਟੀ ਵਰਗਾ ਆਪਣੀ ਜੋਤ ਪਾ ਕੇ ਚੱਲਣ ਯੋਗ ਬਣਾ ਦਿੱਤਾ ਹੈ। ਅਤੇ ਧਰਮ ਦਾ ਪਹਿਲਾ ਗੁਣ ਜੇ ਮਨੁੱਖ ਦਇਆ ਨਹੀਂ ਧਾਰਨ ਕਰੇਗਾ ਅਤੇ ਦਇਆ ਦੀ ਗਹਿਰਾਈ ਵਿੱਚ ਨਹੀਂ ਜਾਏਗਾ, ਉਹ ਧਰਤੀ 'ਤੇ ਮਾਲਕ ਦੀ ਹੋਂਦ ਨੂੰ ਕਿਵੇਂ ਬੁੱਝ ਲਏਗਾ? ਜੇ ਉਹਦੇ ਅੰਦਰ ਖਿਮਾ ਦਾ ਗੁਣ ਨਹੀਂ ਹੋਏਗਾ, ਸਹਿਣਸ਼ੀਲਤਾ ਦਾ ਨਹੀਂ ਹੋਏਗਾ, ਤਿਆਗ ਦਾ, ਵੈਰਾਗ ਦਾ, ਸੰਜਮ ਦਾ, ਸੁਚਮ ਦਾ, ਪਰਉਪਕਾਰਤਾ ਦਾ, ਸਿਮਰਨ ਦਾ, ਕੀਰਤਨ ਦਾ, ਸੇਵਾ ਦਾ, ਇਹ ਸਾਰੇ ਧਰਮ ਦੇ ਸ਼ੁਭ ਗੁਣ ਨਹੀਂ ਹੋਣਗੇ ਤਾਂ ਉਹਦੀ ਸੁਰਤ ਇਕਾਗਰ ਕਿਵੇਂ ਰਹੇਗੀ? ਤਾਂ ਗੁਰੂ ਸਾਹਿਬ ਜੀ ਕਹਿੰਦੇ ਧਰਮ ਦੇ ਸ਼ੁਭ ਗੁਣਾਂ ਨੂੰ ਧਾਰਨ ਕੀਤੇ ਬਿਨਾਂ ਮਨੁੱਖ ਧਿਆਨੀ ਨਹੀਂ ਹੋ ਸਕਦਾ। ਧਿਆਨੀ ਹੋਣ ਦਾ ਭਾਵ ਕਿ ਕਦੇ ਉਹਦੇ ਜੀਵਨ ਦੇ ਵਿੱਚ ਮਾਲਕ ਦੇ ਗਹਿਰੇ ਅਹਿਸਾਸ ਨਹੀਂ ਪੈਦਾ ਹੋ ਸਕਦੇ ਹਨ। ਸੱਚ ਬਿਨ ਸਾਖੀ ਮੂਲੋ ਨਾ ਬਾਕੀ। ਇਸ ਯੁੱਗ ਦੀ ਹਾਲਤ ਦੱਸੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ। ਕਹਿੰਦੇ ਸੱਚ ਬਿਨ ਸਾਖੀ। ਅੱਜ ਕਿਤਨੇ ਲੋਕ ਹਨ ਸਾਡੇ ਸਮੇਤ ਜਿਹੜੇ ਧਰਮ ਦੀ ਬਾਤ ਕਰਦੇ ਨੇ, ਸਿਮਰਨ ਬਾਰੇ ਇੱਕ ਇੱਕ ਘੰਟਾ ਬੋਲਣਗੇ, ਦਸਮ ਦੁਆਰ ਬਾਰੇ ਘੰਟਾ ਘੰਟਾ ਬੋਲਣਗੇ, ਉੱਤੋਂ ਜੀਵਨ ਮੁਕਤੀ ਬਾਰੇ ਇੱਕ ਘੰਟਾ ਬੋਲਣਗੇ, ਪਰ ਜਦੋਂ ਨਿੱਜ ਜੀਵਨ ਦੇ ਵਿੱਚ ਜਾ ਕੇ ਦੱਸੀਏ ਕਿ ਇਸ ਅਵਸਥਾ ਦਾ ਕੋਈ ਖੁਦ ਅਨੁਭਵ ਕਮਾਇਆ ਹੈ ਤਾਂ ਕਹਿਣਗੇ ਨਹੀਂ ਜੀ, ਇਹ ਤਾਂ ਸਿਰਫ ਅਸੀਂ ਇੱਕ ਵਿਚਾਰ ਦ੍ਰਿੜ ਕੀਤੀ ਹੈ ਇਹਦੇ ਉੱਪਰ। ਅੱਜ ਕਦੇ ਕਈ ਮਨੁੱਖਾਂ ਦੇ ਅੰਦਰ ਸੁਭਾਵਿਕ ਪ੍ਰਸ਼ਨ ਪੈਦਾ ਹੁੰਦਾ ਹੈ ਕਿ ਜੀ ਪ੍ਰਚਾਰ ਤਾਂ ਬੜਾ ਹੈ ਪਰ ਕਿੱਧਰੇ ਜੀਵਨ ਜਿਹੜਾ ਬਦਲਦਾ ਪ੍ਰਤੀਤ ਨਹੀਂ ਹੋ ਰਿਹਾ, ਤਾਂ ਉਹਦਾ ਕਾਰਨ ਕੀ ਹੈ? ਸੱਚ ਬਿਨ ਸਾਖੀ, ਕਿ ਖੁਦ ਉਸ ਚੀਜ਼ ਦਾ ਗਹਿਰਾ ਅਨੁਭਵ ਨਹੀਂ ਕਮਾਇਆ। ਮੈਂ ਕਈ ਦਫਾ ਕਈਆਂ ਨਾਲ ਨਿੱਜ 'ਚ ਬਾਤ ਕੀਤੀ ਹੈ ਕਿ ਪ੍ਰੇਰਣਾ ਤਾਂ ਸਾਰੇ ਕਰ ਦਿੰਦੇ ਨੇ ਕਰੋ, ਪਰ ਜੇ ਕਿਤੇ ਅੱਗੇ ਜਿਉਂ ਚੱਲਣਾ ਹੈ, ਰਸਤੇ ਦੀਆਂ ਜਿਹੜੀਆਂ ਮੁਸ਼ਕਲਾਂ ਅਧਿਆਤਮਿਕ ਮਾਰਗ 'ਚ ਵੀ ਮੁਸ਼ਕਲਾਂ ਆਉਂਦੀਆਂ ਨੇ, ਫਿਰ ਕਈ ਇਹੋ ਜਿਹੇ ਪੜਾਅ ਆ ਜਾਂਦੇ ਨੇ ਸਾਧਨਾ ਦੇ ਵਿੱਚ, ਮੁੜ ਕੇ ਕੋਈ ਹੱਲ ਕਰਨ ਵਾਲਾ ਨਹੀਂ ਲੱਭਦਾ। ਫਿਰ ਉਸ ਸਮੇਂ ਬੰਦੇ ਕੋਲ ਦੋ ਹੀ ਰਸਤੇ ਬਚਦੇ ਨੇ, ਜਾਂ ਤਾਂ ਸਿਰੇ ਦਾ ਨਾਸਤਿਕ ਹੋ ਜਾਵੇ ਅਤੇ ਜਾਂ ਫਿਰ ਜ਼ਿੰਦਗੀ ਭਰ ਦੇ ਲਈ ਮੁੜ ਕੇ ਮੌਨ ਹੋ ਜਾਵੇ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਸੱਚ ਬਿਨ ਸਾਖੀ, ਬਿਨਾਂ ਉਸ ਚੀਜ਼ ਦਾ ਅਨੁਭਵ ਕੀਤਿਆਂ ਕਿ ਸਿਮਰਨ ਕੀਤਿਆਂ
ਵੱਡਾ ਅਨੁਭਵ ਕੀ ਮਿਲਦਾ ਹੈ। ਪਹਿਲਾਂ ਖੁਦ ਕਮਾਈ ਨਹੀਂ ਕੀਤੀ, ਕੇਵਲ ਉਹਦੀ ਬਾਤ ਕਰੀ ਜਾ ਰਹੇ ਹਨ। ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਜੋ ਸੰਸਾਰ ਨੂੰ ਗਿਆਨ ਬਖਸ਼ਿਸ਼ ਕੀਤਾ, ਸਾਰਾ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਪਹਿਲਾਂ ਅਮਲੀ ਕਿਸਮ ਦਾ ਜੀਵਨ ਉਸ ਗਿਆਨ ਦੇ ਵਿੱਚ ਆਪ ਜੀਵਿਆ। ਤਾਂ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਸੱਚ ਬਿਨ ਸਾਖੀ, ਕਿ ਬਿਨਾਂ ਸੱਚ ਦੇ ਨਾਲ ਜੁੜਿਆਂ, ਸੱਚ ਦੀ ਕਮਾਈ ਕੀਤਿਆਂ ਕੇਵਲ ਕਥਨੀ ਮਾਤਰ ਬਾਤਾਂ ਕਰੀ ਜਾ ਰਹੇ ਹਨ। ਤਾਂ ਗੁਰੂ ਸਾਹਿਬ ਜੀ ਕਹਿੰਦੇ ਮੂਲੋ ਨਾ ਬਾਕੀ, ਇੰਜ ਦੀਆਂ ਗੱਲਾਂ ਕਰਨ ਵਾਲਿਆਂ ਦਾ ਕੁਝ ਮੂਲ ਵੀ ਨਹੀਂ ਰਹਿੰਦਾ, ਕਿਉਂਕਿ ਸਮਝਦੇ ਨੇ ਕਿ ਗੱਲ ਦੇ ਉੱਪਰ ਪ੍ਰਸੰਨ ਹੋ ਜਾਣਗੇ। ਮੈਂ ਨਿੱਜ ਵਾਕਿਆ, ਕੋਈ ਮਹਾਤਮਾ ਸੀ, ਅਜੇ ਵੀ ਹਨ, ਉਹ ਕਿਸੇ ਜਗ੍ਹਾ ਬਹੁਤ ਉੱਚੀ ਉੱਚੀ ਸਿਮਰਨ ਬਾਰੇ ਬੋਲ ਰਹੇ ਸਨ ਕਿ ਕਰਨਾ ਚਾਹੀਦਾ, ਔਰ ਬੜੇ ਭਿਆਨਕ ਕਿਸਮ ਦੇ ਵਾਕ ਵੀ ਕਹਿ ਰਹੇ ਸਨ, ਜਿਹੜੇ ਨਹੀਂ ਕਰਦੇ ਉਹਨਾਂ ਦਾ ਆਹ ਹਾਲਤ ਹੋਏਗੀ। ਸਮਾਪਤੀ ਤੋਂ ਬਾਅਦ ਕੁਦਰਤੀ ਪੁੱਛ ਲਿਆ ਕਿ ਜੀ ਮੈਨੂੰ ਤਾਂ ਇੱਥੋਂ ਤੱਕ ਸਮਝ ਆਇਆ। ਮੈਂ ਖੁਦ ਕਿਹਾ ਕਿ ਮੈਨੂੰ ਤਾਂ ਇੱਥੋਂ ਤੱਕ ਸਮਝ ਆਇਆ, ਜੇ ਤੁਸੀਂ ਇਸ ਤੋਂ ਅਗਲੀ ਮੰਜ਼ਿਲ 'ਤੇ ਹੋ ਤਾਂ ਮੇਰੀ ਰਹਿਨੁਮਾਈ ਕਰ ਦਿਓ, ਘੱਟੋ ਘੱਟ ਮੈਂ ਫਿਰ ਚੱਲ ਪਵਾਂ। ਕਹਿਣ ਲੱਗਾ ਮੈਨੂੰ ਤਾਂ ਕੋਈ ਪਤਾ ਨਹੀਂ, ਮੈਂ ਤਾਂ ਸਿਰਫ ਸੁਣੀ ਸੁਣਾਈ ਗੱਲ ਕਰਦਾ। ਇਸ ਕਰਕੇ ਗੁਰੂ ਸਾਹਿਬ ਦੀ ਬਾਣੀ ਦੇ ਵਿੱਚ ਜਿੱਥੇ ਵਾਕ ਆਉਂਦੇ ਨੇ, ਜੇ ਪੈੜੇ ਮਹਾਨੰਦ ਗੁਬਾਰਾ ਤੈ ਹਰ ਕਾ ਨਾਮ ਸੰਗ ਉਜਿਆਰਾ, ਸਿਮਰਨ ਅਵਸਥਾ ਦੇ ਵਿੱਚ ਇੱਕ ਅਵਸਥਾ ਉਹ ਵੀ ਆਉਂਦੀ ਹੈ ਕਿ ਜਦੋਂ ਬੰਦੇ ਨੂੰ ਜਿਉਂਦੇ ਜੀ ਆਪਣੀ ਮੌਤ ਦਾ ਅਭਿਆਸ ਹੁੰਦਾ ਹੈ, ਉਹ ਭਿਆਨਕ ਪਲਾਂ ਨੂੰ ਪਾਰ ਕਿਵੇਂ ਕਰਨਾ ਹੈ, ਬੜੇ ਤੁਹਾਨੂੰ ਬਾਤ ਕਰਨ ਵਾਲੇ ਮਿਲ ਜਾਣਗੇ, ਬੜੇ ਜਿਹਦੇ ਕੋ ਸੁਣੋ ਉਹੀ ਜ਼ਿਕਰ ਕਰੀ ਜਾ ਰਿਹਾ। ਪਰ ਕਦੇ ਨਿੱਜ ਦੇ ਪੁੱਛ ਲਓ ਕਿ ਆਪ ਕਦੇ ਇਸ ਅਨਵਸਥਾ ਨੂੰ, ਅਨੁਭਵ ਨੂੰ ਪਾਰ ਕੀਤਾ ਕਿ ਨਹੀਂ। ਇੰਨੇ ਭਿਆਨਕ ਮੰਜ਼ਰ ਹੋ ਜਾਂਦੇ ਨੇ ਉੱਥੇ ਜਾ ਕੇ ਕਿ ਫਿਰ ਬੰਦਾ ਡਗਮਗਾ ਜਾਂਦਾ। ਇਸ ਕਰਕੇ ਤਾਂ ਹੀ ਕਰਕੇ ਬਾਣੀ ਦੇ ਵਿੱਚ ਐਸੇ ਵਾਕ ਕਹੇ ਹਨ ਗੁਰੂ ਸਾਹਿਬ ਜੀ ਨੇ ਕਿ ਆਪ ਹੀ ਪਾਰ ਲੰਘਾ ਲੈਂਦਾ ਮਾਲਕ, ਆਪਣੇ ਯਤਨ ਨਾਲ ਨਹੀਂ ਲੰਘਿਆ ਜਾ ਸਕਦਾ। ਤਾਂ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਸੱਚ ਬਿਨ ਸਾਖੀ। ਕਲਯੁੱਗ ਦੇ ਵਿੱਚ ਜਿੰਨੇ ਵਿਖਿਆਨ ਕਰਨ ਵਾਲੇ ਹਨ, ਖੁਦ ਸੱਚ ਦਾ ਕੋਈ ਅਨੁਭਵ ਨਹੀਂ ਕੀਤਾ, ਪਹਿਲਾਂ ਆਪ ਉਸ ਅਵਸਥਾ ਵਿੱਚ ਢਲ ਕੇ ਪੈ ਕੇ ਕੋਈ ਕਮਾਈ ਨਹੀਂ ਕੀਤੀ, ਕੇਵਲ ਉਹਦੀ ਗਵਾਹੀ ਦਿੰਦੇ ਫਿਰਦੇ ਹਨ। ਇਹਨੂੰ ਇਉਂ ਕਹਿ ਲਓ ਕਿ ਜਿਵੇਂ ਅਦਾਲਤਾਂ ਨਾ ਵੱਖੋ ਵੱਖਰੀਆਂ ਜ਼ਿਲ੍ਹਿਆਂ ਦੇ ਵਿੱਚ, ਰਾਜਾਂ ਦੇ ਵਿੱਚ, ਮੈਨੂੰ ਪਤਾ ਨਹੀਂ ਇਹ ਗੱਲ ਸੱਚ ਹੈ ਕਿ ਨਹੀਂ, ਪਰ ਕਹਿੰਦੇ ਉੱਥੇ ਬਣੇ ਬਣਾਏ ਜਿਹੜੇ ਨਕਲੀ ਕਿਸਮ ਦੇ ਗਵਾਹ ਮਿਲ ਜਾਂਦੇ ਨੇ। ਝੂਠੀ ਗਵਾਹੀ ਦੇਣੀ ਹੋਵੇ, ਤਰੀਕ ਅੱਗੇ ਪਵਾਉਣੀ ਹੋਵੇ ਤਾਂ ਝੂਠਾ ਗਵਾਹ ਵੀ ਮਿਲ ਜਾਂਦਾ ਹੈ। ਉਹਨੇ ਦੇਖਿਆ ਕੱਖ ਨਹੀਂ ਹੁੰਦਾ, ਉਹਨੂੰ ਸਮਝਾ ਦਿੰਦਾ ਵੀ ਤੂੰ ਆਹ ਕੁਝ ਕਹਿਣਾ, ਵਕੀਲ ਕਹਿ ਦਿੰਦਾ ਹੈ। ਉਹ ਅਦਾਲਤ ਵਿੱਚ ਜਾ ਕੇ ਕਹਿੰਦਾ ਜੀ ਹਾਂਜੀ ਇੰਜ ਵਾਪਰਿਆ, ਫਿਰ ਉਹ ਜੱਜ ਨੂੰ ਸਪਸ਼ਟਤਾ ਨਹੀਂ ਹੁੰਦੀ, ਉਹ ਥੋੜ੍ਹੀ ਤਰੀਕ ਮਹੀਨਾ 2 ਮਹੀਨੇ ਗਾਂਹ ਕਰ ਦਿੰਦਾ, ਉਹਨਾਂ ਦਾ ਸਮਾਂ ਟਲ ਜਾਂਦਾ। ਕਲਯੁੱਗ ਦੇ ਵਿੱਚ ਬਹੁਤੇ ਧਰਮ ਵਿਖਿਆਨ ਕਰਨ ਵਾਲੇ ਵੀ ਐਸੇ ਹਨ ਕਿ ਖੁਦ ਸੱਚ ਦਾ ਕੋਈ ਅਨੁਭਵ ਨਹੀਂ ਕਮਾਇਆ ਹੋਇਆ। ਚਾਹੇ ਗਿਆਨ ਦੀ ਬਾਤ ਕਰ ਲਓ, ਸੇਵਾ ਦੀ ਕਰ ਲਓ, ਸਿਮਰਨ ਦੀ ਕਰ ਲਓ, ਹਉਮੈ ਨੂੰ ਮਿਟਣ ਦੀ ਕਰ ਲਓ, ਕਿਸੇ ਤਰ੍ਹਾਂ ਦੀ ਵੀ ਬਾਤ ਕਰ ਲਓ, ਕੋਈ ਅਨੁਭਵ ਖੁਦ ਨਹੀਂ ਕਮਾਇਆ, ਪਰ ਉਹਦੀ ਗਵਾਹੀ ਦੇਈ ਜਾ ਰਹੇ ਹਨ, ਬਸ ਝੂਠੇ ਗਵਾਹ ਹਨ। ਤਾਂ ਗੁਰੂ ਸਾਹਿਬ ਜੀ ਕਹਿੰਦੇ ਮੂਲੋ ਨਾ ਬਾਕੀ, ਇਹਨਾਂ ਦਾ ਕੁਝ ਵੀ ਨਹੀਂ ਰਹੇਗਾ। ਇਹ ਮਤਾ ਕਿਤੇ ਸਮਝਣ ਕਿ ਕਿਤੇ ਹੋਰ ਪਾਸੇ ਚਲੇ ਜਾਣਗੇ, ਕਿਉਂਕਿ ਇਹ ਜੀਵਨ ਦੀ ਸਾਰੀ ਰਾਸ ਲੁਟਾਈ ਜਾ ਰਹੇ ਹਨ। ਤਾਂ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਹਨ। ਇਸ ਕਰਕੇ ਜੀਵਨ ਦੇ ਵਿੱਚ ਗੁਰੂ ਤੋਂ ਬਿਨਾਂ ਗਿਆਨ ਦੀ ਉਤਪਤੀ ਨਹੀਂ ਹੋ ਸਕਦੀ, ਅਤੇ ਧਰਮ ਦੇ ਸ਼ੁਭ ਗੁਣਾਂ ਤੋਂ ਬਿਨਾਂ ਬੰਦਾ ਧਾਰਨੀ ਨਹੀਂ ਹੋ ਸਕਦਾ, ਅਤੇ ਸੱਚ ਤੋਂ ਬਿਨਾਂ ਬੰਦੇ ਦੀ ਗਵਾਹੀ ਦਾ ਕੋਈ ਅਰਥ ਨਹੀਂ ਹੁੰਦਾ। ਇਸ ਕਰਕੇ ਆਪਣੇ ਜੀਵਨ ਦੀ ਸੰਭਾਲ ਕਰਨ ਦੇ ਲਈ ਗੁਰੂ ਨਾਲ ਜੁੜਨਾ ਜ਼ਰੂਰੀ ਹੈ, ਧਰਮ ਦਾ ਸ਼ੁਭ ਚਿੰਤਨ ਧਾਰਨ ਕਰਨਾ ਜ਼ਰੂਰੀ ਹੈ, ਔਰ ਸੱਚ ਸਾਖੀ। ਹੁਣ ਮਨੁੱਖ ਕਹੇਗਾ ਕਿ ਜੀ ਚਲੋ ਇਹਨਾਂ ਦਾ ਤਾਂ ਜੀਵਨ ਇਹਨਾਂ ਖੁਦ ਨਹੀਂ ਕਮਾਈ ਕੀਤੀ, ਤਾਂ ਫਿਰ ਸਾਡੇ ਕੋਲ ਸੇਧ ਕਿਹੜੀ ਬਚਦੀ ਹੈ। ਫਿਰ ਉਹਦਾ ਭਾਵ ਹੈ ਕਿ ਗੁਰੂ ਸਾਹਿਬਾਨਾਂ ਦਾ ਸਮੁੱਚਾ ਜੀਵਨ ਸਾਡੇ ਸਾਹਮਣੇ ਪ੍ਰਗਟ ਹੈ, ਕੋਈ ਭੁਲੇਖਾ ਨਹੀਂ ਹੈ ਸਾਨੂੰ। ਜੇ ਪੰਚਮ ਪਾਤਸ਼ਾਹ ਨੇ ਕਿਹਾ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ, ਅਤੇ ਇਹਦੀ ਪ੍ਰਮਾਣ ਲੱਭਣ ਦੇ ਲਈ ਸਾਨੂੰ ਕਿਸੇ ਦੂਜੇ ਮਜ਼ਹਬ ਦਾ ਇਤਿਹਾਸ ਫੋਲਣ ਦੀ ਲੋੜ ਨਹੀਂ ਹੈ, ਉਹ ਗੁਰੂ ਸਾਹਿਬਾਨਾਂ ਦੇ ਜੀਵਨ ਵਿੱਚ ਵੀ ਪ੍ਰਗਟ ਹੈ। ਜੀ ਗੁਰੂ ਰਾਮਦਾਸ ਸਾਹਿਬ ਜੀ ਨੇ ਕਿਹਾ ਗੁਰਸਿੱਖਾਂ ਕੀ ਅਰ ਧੂੜ ਦੇ ਹਮ ਪਾਪੀ ਭੀਗਤ ਪਾਹੇ, ਉਹਨਾਂ ਦੇ ਜੀਵਨ ਦੀ ਅਥਾਹ ਨਿਮਰਤਾ ਇਸ ਗੱਲ ਦਾ ਸਬੂਤ ਹੈ। ਜੇ ਸਤ ਭਾਈ ਲੈਣ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਬਚਨ ਹਨ ਕਿ ਜੇ 100 ਚੰਦਾ ਉਗਵੇ ਸੂਰਜ ਚੜੇ 1000, ਅਤੇ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਮਿਲ ਕੇ ਜਿਵੇਂ ਭਾਈ ਲਹਿਣਾ ਜੀ ਨੇ ਸਾਧਨਾ ਕੀਤੀ, ਇਹ ਗੱਲ ਸਾਡੇ ਸਾਹਮਣੇ ਜ਼ਾਹਰ ਹੈ। ਇਸ ਕਰਕੇ ਗੁਰੂ ਦਾ ਜੀਵਨ ਸਾਡੇ ਲਈ ਪ੍ਰਮਾਣ ਵੀ ਹੈ,
ਤੇ ਸਾਡੇ ਲਈ ਪ੍ਰਤੱਖਤਾ ਦਾ ਸਬੂਤ ਵੀ। ਇਸ ਕਰਕੇ ਗੁਰੂ ਸ਼ਬਦ ਤਾਂ ਹੀ ਇਹਦਾ ਆਰੰਭ ਗੁਰ ਬਿਨ ਗਿਆਨ ਤੋਂ ਹੋਇਆ ਸੀ, ਕਿ ਜਿਹੜੀ ਗੁਰੂ ਨੇ ਗਵਾਹੀ ਦਿੱਤੀ ਹੈ। ਹੁਣ ਜਿਵੇਂ ਗੁਰੂ ਸਾਹਿਬਾਨਾਂ ਨੇ ਬਾਣੀ 'ਚ ਗਵਾਹੀ ਦਿੱਤੀ ਹੈ ਸੱਚ ਦੀ, ਕਿ ਨਾ ਹੋਏ ਮਰੇ ਨਾ ਠਾਗੇ ਜਾਏ, ਤੇ ਗੁਰੂ ਸਾਹਿਬਾਨਾਂ ਦਾ ਜੀਵਨ ਉਹਦੇ ਸਾਹਮਣੇ ਪ੍ਰਮਾਣ ਵੀ ਹੈ ਕਿ ਕੋਈ ਉਹਨਾਂ ਨੂੰ ਜਲਾ ਨਹੀਂ ਸਕਿਆ, ਕੋਈ ਖਪਾ ਨਹੀਂ ਸਕਿਆ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਜਿਹੜੀ ਗੁਰੂ ਨੇ ਸੱਚ ਦੀ ਸ਼ਬਦ ਦੁਆਰਾ ਗਵਾਹੀ ਦਿੱਤੀ ਹੈ ਉਹਦਾ ਅਮਲ ਕਰੋ, ਤਾਂ ਫਿਰ ਜੇ ਇਹਦਾ ਅਮਲ ਰਹੇਗਾ ਤਾਂ ਸਾਡਾ ਮੂਲ ਬਚੇਗਾ, ਭਾਵ ਕਿ ਸਾਡਾ ਮਨੁੱਖਾ ਜੀਵਨ ਸਫਲ ਹੋਵੇਗਾ। ਮਾਣੂ ਘੱਲੈ ਉੱਠੀ ਚੱਲੈ, ਸਾਧ ਨਾਹੀ ਅਵੇਹੀ ਗੱਲੈ। ਤਾਂ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਹਨ ਕਿ ਅਕਾਲ ਪੁਰਖ ਸਿਰਜਣਹਾਰ, ਮਾਣੂ ਦਾ ਭਾਵ ਮਨੁੱਖ। ਸਤਿਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਕਿ ਅਕਾਲ ਪੁਰਖ ਸਿਰਜਣਹਾਰ ਜੀਵਾਂ ਨੂੰ ਇਸ ਜਗਤ ਦੇ ਵਿੱਚ ਆਪਣੀ ਰਚੀ ਹੋਈ ਧਰਮਸਾਲ ਦੇ ਵਿੱਚ, ਮਾਇਆ ਦੇ ਪ੍ਰਪੰਚ ਵਿੱਚ ਆਪਣਾ ਜੋਤ ਸਰੂਪ ਦੇ ਕੇ ਭੇਜਦਾ ਹੈ। ਉੱਠੀ ਚੱਲੈ, ਫਿਰ ਜਦੋਂ ਉਹਦਾ ਹੁਕਮ ਹੋ ਜਾਂਦਾ ਉਸ ਜਗਤ ਤੋਂ ਜੀਵ ਕੂਚ ਕਰ ਜਾਂਦੇ ਹਨ। ਪਰ ਗੁਰੂ ਸਾਹਿਬ ਜੀ ਕਹਿੰਦੇ ਸਾਧ ਨਾਹੀ ਅਵੇਹੀ ਗੱਲੈ, ਕਿ ਜੇ ਉਪਰੋਕਤ ਸ਼ਲੋਕ ਅਨੁਸਾਰ ਗੁਰੂ ਨੂੰ ਧਾਰਨ ਨਹੀਂ ਕਰਦਾ, ਧਰਮ ਦੇ ਸ਼ੁਭ ਗੁਣਾਂ ਦੀ ਕਮਾਈ ਨਹੀਂ ਕਰਦਾ, ਜੀਵਨ ਦੇ ਵਿੱਚ ਮਹਾਂਪੁਰਖਾਂ ਦੇ ਕਹੇ ਹੋਏ ਅਨੁਭਵ ਭਰੇ ਵਾਕਾਂ ਦੇ ਉੱਪਰ ਚੱਲਦਾ ਨਹੀਂ, ਤਾਂ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਹਨ ਸਾਧ ਨਾਹੀ। ਫਿਰ ਮਨੁੱਖ ਨੂੰ ਇਸ ਮਨੁੱਖਾ ਜੀਵਨ ਦਾ ਕੋਈ ਅਰਥ ਨਹੀਂ ਪਤਾ। ਇਹਦਾ ਭਾਵ ਹੈ ਸਾਧ ਨਾਹੀ ਅਵੇਹੀ ਗੱਲੈ। ਇਹਨਾਂ ਗੱਲਾਂ ਦੀ ਕਮਾਈ ਨਾ ਕਰਨ ਕਰਕੇ ਮਨੁੱਖ ਮਨੁੱਖਾ ਜੀਵਨ ਦੇ ਵਿੱਚ ਮਾਨਣ ਵਾਲੇ ਪਰਮ ਰਸ ਤੋਂ ਵਿਰਵਾ ਰਹਿ ਜਾਂਦਾ ਹੈ। ਉਹਨੂੰ ਨਹੀਂ ਪਤਾ ਲੱਗਦਾ ਕਿ ਮਨੁੱਖਾ ਜੀਵਨ ਦਾ ਵੱਡਾ ਅਨੁਭਵ ਕੀ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਮਾਣੂ ਘੱਲੈ। ਹੁਣ ਬਾਣੀ ਦੇ ਵਿੱਚ ਨਾ ਇੱਕ ਵਾਕ ਆਉਂਦੇ ਨੇ, ਜਿਨ ਤੁਮ ਭੇਜੇ ਤਿਨਹੇ ਬੁਲਾਏ, ਸੁਖ ਸਹਿਜ ਛੇਤੀ ਘਰ ਆਓ। ਜਿੱਦਣ ਕਿਸੇ ਦੇ ਘਰ ਸਾਡਾ ਜਨਮ ਹੋਇਆ ਸੀ, ਆਪਣੇ ਮਾਤਾ ਪਿਤਾ ਦੇ ਘਰ, ਉਸ ਦਿਨ ਜਗਤ ਦੇ ਵਿੱਚ ਆਏ ਸਾਂ, ਅਤੇ ਪਹਿਲਾ ਤਾਂ ਪੱਧਰ ਸੀ ਕਿ ਖੁਸ਼ੀ ਬੜੀ ਸੀ ਸਾਰਿਆਂ ਨੂੰ, ਪਰਿਵਾਰ ਨੂੰ। ਦੂਜਾ, ਜਿਸ ਪਰਿਵਾਰ ਵਿੱਚ ਸਾਡਾ ਜਨਮ ਹੋਇਆ ਕੋਈ ਇੱਕ ਮਨੁੱਖ ਨਹੀਂ ਸੀ ਸਾਡੀ ਮਾਤਾ ਸਮੇਤ ਜਿਹੜਾ ਸਾਡੇ ਉੱਪਰ ਕੋਈ ਦੋਸ਼ ਲਾ ਸਕਦਾ ਹੁੰਦਾ। ਕੋਈ ਐਸਾ ਨਹੀਂ ਸੀ ਜਿਹੜਾ ਸਾਨੂੰ ਮਾਲਕ ਦੇ ਤਸੱਵੁਰ ਤੋਂ ਬਿਨਾਂ ਦੇਖਦਾ ਹੁੰਦਾ। ਬੱਚੇ ਨੂੰ ਦੇਖਦੇ ਲੋਕ ਕਹਿੰਦੇ ਨੇ ਰੱਬ ਦਾ ਰੂਪ ਹੈ। ਜਿਸ ਦਿਨ ਮਾਲਕ ਨੇ ਭੇਜਿਆ ਸੀ ਉਸ ਦਿਨ ਮਾਲਕ ਦਾ ਰੂਪ ਲੱਗਦੇ ਸਾਂ। ਤਾਂ ਗੁਰੂ ਸਾਹਿਬ ਜੀ ਕਹਿੰਦੇ ਸੁਖ ਸਹਿਜ ਛੇਤੀ ਘਰ ਆਓ। ਜਿਸ ਦਿਨ ਇਸ ਸੰਸਾਰ ਦੀ ਸਰਾਂ ਤੋਂ ਕੂਚ ਹੋਵਾਂਗੇ ਤਾਂ ਕਿਤੇ 100 ਬੰਦੇ ਨੂੰ ਖਿਲਾਰ ਕੇ ਸਾਡੇ ਬਾਰੇ ਟਿੱਪਣੀ ਲੈ ਲਈ ਜਾਵੇ ਕਿ ਇਹਦੇ ਬਾਰੇ ਟਿੱਪਣੀ ਕਰੋ। ਕੋਈ ਸਾਨੂੰ ਦੁਰਾਚਾਰੀ ਕਹੇਗਾ, ਕੋਈ ਕਪਟੀ ਕਹੇਗਾ, ਕੋਈ ਬੇਈਮਾਨ ਕਹੇਗਾ, ਕੋਈ ਵਕਾਰੀ ਕਹੇਗਾ, ਕੋਈ ਮਨਮੁਖ ਕਹੇਗਾ, ਅਤੇ ਜਿਨ੍ਹਾਂ ਦਾ ਸਵਾਰਥ ਸਵਾਰਿਆ ਹੋਏਗਾ ਥੋੜ੍ਹਾ ਬਹੁਤਾ ਚੰਗਾ ਵੀ ਕਹਿ ਦੇਣਗੇ। ਆਇਆ ਬੇਦਾਗ ਸੀ, ਬੇਦੋਸ਼ ਸੀ, ਗੁਨਾਹਾਂ ਤੋਂ ਮੁਕਤ ਸੀ। ਜਦੋਂ ਚੱਲਿਆ ਗੁਨਾਹਾਂ ਦੇ ਨਾਲ ਲੱਦਿਆ ਚੱਲਿਆ, ਪਤਾ ਹੀ ਨਹੀਂ ਲੱਗਾ ਕਿ ਜੀਵਨ ਦੇ ਵਿੱਚ ਜਿਹੜਾ ਭੇਜਿਆ। ਇਸ ਕਰਕੇ ਬਾਣੀ ਵਿੱਚ ਵਾਕ ਹੈ ਨਾ ਸਤਿਗੁਰੂ ਸਾਹਿਬ ਜੀ ਦੇ ਕਿ ਆਪਣੀ ਪੱਤ ਛੇਤੀ ਘਰ ਜਾਵੋ, ਕਿ ਜਿਵੇਂ ਦਾ ਭੇਜਿਆ ਉਵੇਂ ਦੇ ਵਾਪਸ ਪਰਤਣਾ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਜਿਨ੍ਹਾਂ ਨੇ ਮਨੁੱਖਾ ਜੀਵਨ ਨੂੰ ਪਾ ਕੇ ਇਸ ਗੱਲ ਨੂੰ ਨਹੀਂ ਜਾਣਿਆ, ਉਹਨਾਂ ਨੂੰ ਕੀ ਪਤਾ ਜੀਵਨ ਦਾ ਕੀ ਮਨੋਰਥ ਹੈ। ਹੁਣ ਉਦਾਹਰਨ ਦੇ ਤੌਰ 'ਤੇ ਸਾਨੂੰ ਜੀਵਨ ਦੇ ਭੌਤਿਕ ਅਰਥ ਸਾਰਿਆਂ ਨੂੰ ਪਤਾ ਹੈ। ਕੋਈ ਬੱਚਾ ਵਿਦੇਸ਼ ਅੱਜ ਜਾ ਰਿਹਾ ਨਾ, ਉਹਨੂੰ ਪੁੱਛ ਲਓ ਕੀ ਮਨੋਰਥ ਹੈ। 2 ਸਾਲ ਪੜ੍ਹਾਂਗਾ, ਉਸ ਤੋਂ ਬਾਅਦ 5-10 ਸਾਲ ਕਮਾਈ ਕਰਾਂਗਾ, ਜੀਵਨ ਸੰਪੰਨ ਬਣਾ ਲਵਾਂਗਾ। ਮਨੁੱਖਾ ਜੀਵਨ ਦੇ ਵਿੱਚ ਇੱਕ ਦਿਨ ਦੇ 20 ਤੋਂ ਲੈ ਕੇ 22,000 ਸਵਾਸ ਲੈ ਰਿਹਾ ਹੈ। ਸਾਰੀ ਸ੍ਰਿਸ਼ਟੀ ਵਿੱਚੋਂ ਰਿਜ਼ਕ ਗ੍ਰਹਿਣ ਕਰ ਰਿਹਾ ਹੈ, ਪਰ ਇਹਦਾ ਅਰਥ ਕੀ ਹੈ ਕੁਝ ਨਹੀਂ ਪਤਾ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਸਾਧ ਨਾਹੀ ਅਵੇਹੀ ਗੱਲ ਹੈ। ਜਿਹੜੇ ਇਸ ਤਰ੍ਹਾਂ ਦੇ ਜੀਵਨ ਵੱਲ ਝੁਕਾਅ ਨਹੀਂ ਰੱਖਦੇ, ਗੁਰੂ ਦਾ ਕਿਹਾ ਨਹੀਂ ਚਿਤਾਰਦੇ ਹਨ, ਉਹਨਾਂ ਨੂੰ ਫਿਰ ਜੀਵਨ ਦਾ ਕੋਈ ਰਸ ਨਹੀਂ। ਸਾਰੀ ਜ਼ਿੰਦਗੀ ਪਦਾਰਥਾਂ ਦੇ ਰਸ ਹੀ ਮਾਣਦੇ ਰਹਿੰਦੇ, ਕਦੇ ਨਹੀਂ ਮਨ 'ਚ ਖਿਆਲ ਆਉਂਦਾ। ਹੁਣ ਜਿਵੇਂ ਬਾਬਾ ਫਰੀਦ ਸਾਹਿਬ ਜੀ ਦਾ ਸ਼ਲੋਕ ਤਾਂ ਸਾਰੇ ਪੜ੍ਹਦੇ ਨੇ ਕਿ ਬਾਬਾ ਫਰੀਦ ਸਾਹਿਬ ਜੀ ਨੂੰ ਇਹੋ ਜਿਹਾ ਕਿਹੜਾ ਮਿੱਠਾ ਮਿਲ ਗਿਆ ਜਿਹਦੇ ਬਾਰੇ ਕਹਿੰਦੇ ਨੇ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁਧ। ਜਾਂ ਗੁਰੂ ਸਾਹਿਬਾਨਾਂ ਨੂੰ ਐਸੋ ਕਿਹੜਾ ਰਸ ਆ ਗਿਆ ਜਿਹੜੇ ਕਹਿੰਦੇ ਰਾਮ ਰਸ ਪੀਆ ਰੇ ਜੇ ਰਸ ਬਿਸਰ ਗਏ ਰਸ ਔਰ। ਕਦੇ ਇਹਨਾਂ ਗੱਲਾਂ ਦੀ ਜਗਿਆਸਾ ਸਾਡੇ ਮਨ ਅੰਦਰ ਨਹੀਂ ਜਾਗਦੀ। ਤਾਂ ਗੁਰੂ ਸਾਹਿਬ ਜੀ ਕਹਿੰਦੇ ਸਾਧ ਨਾਹੀ ਅਵੇਹੀ ਗੱਲ ਹੈ। ਜਿਨ੍ਹਾਂ ਨੂੰ ਆਉਣ ਦਾ
ਇੱਥੇ ਰਹਿਣ ਦਾ, ਇੱਥੇ ਕਰਨ ਦਾ ਅਤੇ ਇੱਥੇ ਕਰਨ ਤੋਂ ਬਾਅਦ ਮੁੜ ਆਪਣੇ ਅਸਲ ਵਿੱਚ ਸਮਾਉਣ ਦਾ ਕੋਈ ਪਤਾ ਨਹੀਂ ਹੈ। ਗੁਰੂ ਸਾਹਿਬ ਜੀ ਕਹਿੰਦੇ ਉਹਨਾਂ ਦੇ ਲਈ ਮਨੁੱਖਾ ਜੀਵਨ ਸਮਝ ਲਓ ਕਿ ਇੱਕ ਵਿਅਰਥ ਕਿਸਮ ਦੇ ਨਾਲ ਗੁਜ਼ਰ ਰਿਹਾ ਹੈ। ਇਸ ਪ੍ਰਕਾਰ ਗੁਰੂ ਨਾਨਕ ਦੇਵ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਕਿਰਪਾ ਕਰਨ ਸਤਿਗੁਰੂ ਦੇ ਸ਼ਬਦ ਨਾਲ ਸਾਡੀ ਪ੍ਰੀਤ ਜਗਿਆਸਾ ਭਾਵਨਾ ਬਣੇ, ਤਾਂ ਕਿ ਗੁਰੂ ਸ਼ਬਦ ਦੀ ਕਮਾਈ ਕਰਕੇ, ਧਿਆਨ ਸਾਧਨਾ ਕਰਕੇ ਸਾਡਾ ਜੀਵਨ ਸਫਲ ਹੋ ਸਕੇ। ਆਪਣੇ ਮਨੁੱਖਾ ਜੀਵਨ ਦੇ ਮਨੋਰਥ ਦੀ ਪਛਾਣ ਕਰਕੇ ਭਗਤੀ ਦਾ, ਸੇਵਾ ਸਿਮਰਨ ਦਾ ਧਨ ਆਪਣੇ ਪੱਲੇ ਬੰਨੀਏ, ਤਾਂ ਕਿ ਦਰਗਾਹ ਵਿੱਚ ਮੁੱਖ ਉਜਲਾ ਹੋਵੇ। ਸਤਿਗੁਰੂ ਕਿਰਪਾ ਕਰਨ ਸਾਰਿਆਂ ਨੂੰ ਐਸੀ ਮੁਬਾਰਕ ਅਵਸਥਾ ਹਾਸਲ ਹੋਵੇ ਜੀ, ਸਾਰਿਆਂ ਦਾ ਇੱਥੇ ਆਇਆ ਸਫਲਾ ਹੋਵੇ ਜੀ। ਆਪ ਦੇ ਸਨਮੁਖ ਪਾਵਨ ਬਾਣੀ ਦੀ ਲੜੀਵਾਰ ਵਿਚਾਰ ਦਾ ਯਤਨ ਰੱਖਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ ਜੀ। ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ਼ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।